ਵਾਹਿਗੁਰੂ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੇ, ਕਬੂ ਨ ਛਾਡੇ ਖੇਤ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੇ ਦੋਸ਼ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾ ਮਨ ਰੋਸ ਨ ਹੋਈ। ਸਕਤਾ ਸੀ ਮਾਰੇ ਪੈ ਵੱਗੇ, ਖਸਮੇ ਸਾ ਪੁਰਸਾਈ। ਰਤਨ ਵਿਗਾੜ ਵਗੋਏ ਕੁੱਤੀ, ਮੋਇਆ ਸਾਰ ਨਾ ਕਾਈ। ਆਪੇ ਜੋੜ ਵਿਛੋੜੇ, ਆਪੇ ਵੇਖ ਤੇਰੀ ਵਡਿਆਈ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਖਸਮੇ ਨਦਰੀ ਕੀੜਾ ਆਵੈ, ਜਿਤੇ ਚੁਗੇ ਜਾਣ ਦਾਣੇ। ਮਰ ਮਰ ਜੀਵੇ ਤਾਂ ਕਿਛ ਪਾਵੇ, ਨਾਨਕ ਨਾਮ ਵਖਾਣੇ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇ ਆਗੇ ਆਖੀਐ, ਦਰਗੇ ਪਾਵੈ ਸਾਚੀ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਆਪਾਂ ਕਰਦੇ ਤੇ ਕਥਾ ਹੀ ਹੁੰਦੇ ਆ, ਪਰ ਅੱਜ ਵੀ ਕਰਨੀ ਕਥਾ ਹੀ ਆ ਉੱਦਾਂ ਤੇ ਵੈਸੇ, ਪਰ ਅੱਜ ਸਾਡਾ ਵਿਸ਼ਾ ਕੋਈ ਹੋਰ ਵਾ। ਵਿਸ਼ਾ ਇਹ ਆ ਕਿ ਕੌਮਾਂ ਪੈਦਾ ਕਿਵੇਂ ਹੁੰਦੀਆਂ ਨੇ, ਕੌਮਾਂ ਬਰਬਾਦ ਕਿਵੇਂ ਹੋ ਜਾਂਦੀਆਂ ਨੇ, ਕੌਮਾਂ ਦੇ ਵਿੱਚ ਝਗੜੇ ਕਿਉਂ ਹੁੰਦੇ ਨੇ, ਤੇ ਉਹ ਸਾਡਾ ਅੱਜ ਵਿਸ਼ਾ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਧਰਤੀ ਉੱਤੇ ਜਦੋਂ ਪੈਗੰਬਰ ਆਏ ਨੇ, ਤੇ ਉਹਨਾਂ ਨੇ ਆਪਣਾ ਇੱਕ ਬਾਣੀ ਕਹਿੰਦੀ ਕਿ ਨਾਨਕ ਰਾਜ ਚਲਾਇਆ, ਸਤ ਕੋਟ ਸਤਾਣੀ ਨੀਮ ਦੇ। ਜਦੋਂ ਕੋਈ ਮਹਾਂਪੁਰਖ ਪੈਗੰਬਰ ਰਾਹ ਚਲਾਉਂਦਾ, ਤੇ ਜੋ ਕਰਮਕਾਂਡੀ ਹੁੰਦੇ ਨੇ, ਪਰੰਪਰਾਵਾਦੀ ਲੋਕ ਹੁੰਦੇ ਨੇ, ਉਹ ਮਹਾਂਪੁਰਖਾਂ ਦੀ ਵਿਰੋਧਤਾ ਕਰਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਨੂੰ ਮਿਲਣ ਦਾ ਸਿੱਧਾ ਰਾਹ ਦੱਸ ਦਿੱਤਾ, ਤੇ ਜਿਹੜੇ ਕਰਮਕਾਂਡੀ ਲੋਕ ਸੀ ਉਹ ਵਿਰੋਧਤਾ 'ਚ ਖਲੋ ਗਏ। ਤੇ ਬਦਕਿਸਮਤੀ ਸਾਡੀ ਕੌਮ ਦੀ ਇਹ ਹੋਈ ਹੈ ਅੱਜ ਤੱਕ ਕਿ 500 ਸਾਲ ਹੋ ਗਏ ਸਾਨੂੰ ਇਸ ਧਰਮ ਨੂੰ ਚੱਲਦਿਆਂ ਹੋਇਆਂ ਨੂੰ, ਜਿਹਦੇ ਵਿੱਚ 250 ਸਾਲ ਸਾਨੂੰ ਲੜਦਿਆਂ ਲੰਘ ਗਏ ਨੇ। ਤੇ 500 ਸਾਲ ਦੇ ਦੌਰਾਨ ਅਸੀਂ ਗੁਰਦੁਆਰਿਆਂ ਵਿੱਚੋਂ ਮੱਸਿਆ ਸੰਗਰਾਂਦਾਂ ਤੇ ਪੂਰਨਮਾਸੀਆਂ ਨਹੀਂ ਕੱਢ ਸਕੇ। ਅਸੀਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਸਮਝ ਨਹੀਂ ਸਕੇ। ਅਸੀਂ ਉਹ ਕਰਮਕਾਂਡ, ਮੱਸਿਆ ਸੰਗਰਾਂਦ, ਅੱਜ ਪਵਿੱਤਰ ਦਿਹਾੜਾ ਹੈ, ਗੁਰਦੁਆਰਿਆਂ ਅੰਦਰ ਅਲੌਸਮੈਂਟ ਹੋਣੀ, 10-10 ਰੁਪਈਆਂ ਦੀ ਗਰਾਹੀ ਕਰਨੀ ਤੇ ਦੇਗ ਬਣਾਉਣੀ ਆ। ਇਹ ਕੀ ਪਰੰਪਰਾਵਾਂ ਤੋਰੀਆਂ ਨੇ? ਇਹ ਬ੍ਰਾਹਮਣਾਂ ਲੋਕਾਂ ਨੇ ਤੋਰੀਆਂ ਸਨ, ਉਹਨਾਂ ਲੋਕਾਂ ਨੇ ਤੋਰੀਆਂ ਸਨ, ਅਜੇ ਵੀ ਚੱਲਦੀਆਂ ਨੇ ਉਹਨਾਂ ਦੀਆਂ। ਤੇ ਅਸੀਂ ਵੀ ਆਪਣੇ ਗੁਰਦੁਆਰਿਆਂ 'ਚ ਇਹੋ ਜਿਹਾ ਕੂੜ ਕਿਰਿਆ ਜਿਹੜੀ ਆ, ਜਿਹਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕੂੜ ਕਿਰਿਆ ਔਰ ਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਮੁੱਚੀ ਦੁਨੀਆ ਕੂੜ ਕਿਰਿਆ 'ਚ ਉਰਜੀ ਹੋਵੇ,
ਤੇ ਗੁਰੂ ਕਾ ਖਵਾਉਣ ਵਾਲਾ ਵੀ ਕੂਰ ਕਿਰਿਆ 'ਚ ਉਰਝਿਆ ਹੋਵੇ, ਫਿਰ ਗੁਰੂ ਕਾ ਕਿਵੇਂ ਹੋ ਗਿਆ ਭਾਈ ਉਹ। ਅੱਜ ਮੈਂ ਇੱਕ ਪੋਸਟ ਪਾਈ ਸੀ, ਪਹਿਲੇ ਸ਼ਸਤਰ ਸੇ ਮਾਰੋ। ਸ਼ਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਕਿਸੇ ਕੌਮ ਨੂੰ ਮਾਰਨਾ ਹੋਵੇ ਤੇ ਕਿਹੜੇ ਕਿਹੜੇ ਤਰੀਕੇ ਨੇ ਕੌਮ ਨੂੰ ਮਾਰਨ ਦੇ। ਇਹ ਤੇ ਹੁਣ ਸਾਡੀ ਕੌਮ ਪੜ੍ਹੀ ਲਿਖੀ ਹੋ ਗਈ ਆ। ਜਦੋਂ ਅੱਜ ਤੋਂ 300 ਸਾਲ ਪਹਿਲਾਂ ਜਾਂ 200 ਸਾਲ ਪਹਿਲਾਂ ਕਿਸੇ ਨੂੰ ਕੋਈ ਇੱਕ ਅੱਖਰ ਵੀ ਨਹੀਂ ਗੁਰਮਤਿ ਦਾ ਪੜ੍ਹਨਾ ਆਉਂਦਾ, ਉਦੋਂ ਇਹ ਚਾਲਬਾਜ਼ ਲੋਕ ਸਾਡੇ ਤੇ ਕਬਜ਼ਾ ਕਰ ਗਏ ਨੇ ਤੇ ਅਜੇ ਤੱਕ ਕਾਬਜ਼ ਨੇ। ਮੈਂ ਇੱਕ ਪੋਸਟ ਪਾਈ ਸੀ, ਉਹ ਬਹੁਤਿਆਂ ਨੂੰ ਉਹਦਾ ਅਰਥ ਦਾ ਪਤਾ ਨਹੀਂ ਲੱਗਾ ਹੋਣਾ, ਕਿ ਲਿਖਿਆ ਸੀ ਪਹਿਲੇ ਸ਼ਸਤਰ ਸੇ ਮਾਰੋ। ਸ਼ਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਜੇ ਕਿਸੇ ਕੌਮ ਨੂੰ ਤੁਸੀਂ ਮਾਰਨਾ ਵਾ ਤੇ ਉਹਦੇ ਧਰਮ ਗ੍ਰੰਥ ਵਿੱਚ ਵਿਗਾੜ ਪੈਦਾ ਕਰੋ। ਜਿਹੜਾ ਉਹਦਾ ਪੈਗੰਬਰ ਗੁਰੂ ਪੀਰ ਕੋਲ ਲਿਖ ਕੇ ਦੇ ਗਿਆ ਵਾ, ਉਹਨੂੰ ਵਿਗਾੜ ਦਿਓ। ਤੇ ਜਦੋਂ ਤੁਹਾਨੂੰ ਲਿਖਿਆ ਹੀ ਗਲਤ ਮਿਲੇਗਾ ਤੇ ਕੌਮ ਸਹੀ ਅਗਵਾਈ ਕਿੱਥੋਂ ਲੈ ਲੂਗੀ। ਪਹਿਲੇ ਸ਼ਸਤਰ ਸੇ ਮਾਰੋ। ਸ਼ਸਤਰ ਤੋਂ ਮਾਰਨ ਦੀ ਬੜੀ ਸਾਨੂੰ ਇਹਨਾਂ ਲੋਕਾਂ ਨੇ ਕੋਸ਼ਿਸ਼ ਕੀਤੀ। ਮੈਂ ਅੱਗੇ ਚੱਲ ਕੇ ਦੱਸਦਾ ਕਿਸ ਤਰ੍ਹਾਂ ਮਾਰਿਆ ਸਾਨੂੰ ਸ਼ਸਤਰ ਦੇ ਨਾਲ ਇਹਨਾਂ ਨੇ। ਸ਼ਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਗੁਰੂ ਨਾਨਕ ਦੀ ਫਿਲਾਸਫੀ ਗੁਰਦੁਆਰਿਆਂ 'ਚ ਨਹੀਂ ਲਾਗੂ ਹੋ ਸਕੀ, ਅਜੇ ਤੱਕ ਨਹੀਂ ਹੋ ਸਕੀ। ਹੋਰਨਾਂ ਨੂੰ ਅਸੀਂ ਕੀ ਕਹਿਣਾ, ਜੇ ਗੁਰਦੁਆਰੇ ਵਿੱਚ ਵੀ ਗੁਰੂ ਨਾਨਕ ਦੀ ਗੱਲ ਨਾ ਕੀਤੀ ਜਾ ਸਕੇ। ਇਹ ਕੜਮ ਚੌਧਰੀ ਗੁਰਦੁਆਰਿਆਂ ਵਿੱਚ ਹੀ ਕਬਜ਼ੇ ਕਰਕੇ ਬੈਠੇ ਹੋਣ, ਕਮੀਣੇ ਲੋਕ, ਸ਼ਰਾਬ ਪੀਣੇ ਲੋਕ ਗੁਰਦੁਆਰਿਆਂ 'ਚ ਕਾਬਜ਼ ਹੋ ਗਏ ਹੋਣ, ਤੇ ਪਿੰਡ ਦਾ ਸਭ ਤੋਂ ਨਖਿੱਧ ਬੰਦਾ ਗੁਰਦੁਆਰੇ ਦਾ ਗ੍ਰੰਥੀ ਬਣਾ ਦਿੱਤਾ ਗਿਆ ਹੋਵੇ ਇਹਨਾਂ ਕਮੀਣਿਆਂ ਵੱਲੋਂ, ਤੇ ਉਸ ਵਿਅਕਤੀ ਨੂੰ ਰੋਜ਼ ਜਲੀਲ ਕੀਤਾ ਜਾਵੇ। ਤੇ ਇਹ ਜਿਹੜਾ ਸਾਡਾ ਗੁਰਦੁਆਰਾ ਸੀ, ਇਹ ਧਰਮ ਦਾ ਕੇਂਦਰ ਸੀ, ਤੇ ਇੱਥੇ ਕਮੀਣਿਆਪਣਾ ਹੋ ਗਿਆ। ਪਹਿਲੇ ਸ਼ਸਤਰ ਸੇ ਮਾਰੋ। ਜਿਹੜੀ ਕੌਮ ਆਪਣੇ ਧਰਮ ਗ੍ਰੰਥ ਦੇ ਕਾਇਦੇ ਅਸੂਲ ਭੁੱਲ ਜਾਊਗੀ, ਉਹ ਮਰ ਜਾਊਗੀ। ਜਾਂ ਉਸ ਧਰਮ ਗ੍ਰੰਥ ਦੇ ਵਿੱਚ ਵਿਗਾੜ ਪੈਦਾ ਕਰ ਦਿਓ, ਅਗਰ ਬਚ ਜਾਵੇ। ਦੂਸਰਾ, ਇਹ ਮੈਂ ਚਾਣਕਿਆ ਨੀਤੀ ਦੱਸ ਰਿਹਾ, ਇਹ ਪੜ੍ਹਿਆ ਲਿਖਿਆਂ ਦੀ ਸਮਝ 'ਚ ਆਉਣ ਵਾਲੀ ਗੱਲ ਸੀ। ਮੈਂ ਪੋਸਟ ਲਿਖ ਤਾਂ ਦਿੱਤੀ, ਪਰ ਬਹੁਤਿਆਂ ਨੂੰ ਪਤਾ ਨਹੀਂ ਲੱਗਾ ਉਹਦਾ ਅਰਥ ਕੀ ਹੈ। ਤੇ ਮੈਨੂੰ ਕੋਈ ਕਹਿ ਰਿਹਾ ਸੀ, ਬਾਬਾ ਜੀ ਜਦੋਂ ਤੁਸੀਂ ਹੁਣ ਸ਼ਾਮੀ ਕਥਾ ਕਰੋਗੇ ਸਾਨੂੰ ਆਪੇ ਅਰਥਾਂ ਦਾ ਪਤਾ ਲੱਗ ਜਾਊਗਾ। ਪਹਿਲੇ ਸ਼ਸਤਰ ਸੇ ਮਾਰੋ। ਅਗਰ ਬਚ ਜਾਵੇ ਕੋਈ, ਸ਼ਸਤਰ ਤੋਂ ਉਹ ਬਚੇਗਾ ਜਿਹਦੀ ਤੀਖਣ ਬੁੱਧੀ ਹੋਊਗੀ। ਜਿਹੜਾ ਸਿਆਣਾ ਵਿਅਕਤੀ ਹੋਊਗਾ ਉਹ ਸ਼ਸਤਰ ਤੋਂ ਬਚ ਜਾਏਗਾ। ਅਗਰ ਕੋਈ ਸ਼ਸਤਰ ਸੇ ਬਚ ਗਿਆ ਹੈ, ਉਸ ਕੋ ਸ਼ਸਤਰ ਸੇ ਮਾਰੋ। ਜਿਹੜਾ ਮਾਫ ਕਰਨਾ, ਪਹਿਲੇ ਸ਼ਾਸਤਰ ਸੇ ਮਾਰੋ। ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਪਹਿਲੇ ਸ਼ਾਸਤਰ ਸੇ ਮਾਰੋ। ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਜਿਹੜਾ ਉਹ ਸ਼ਲੋਕ ਨਹੀਂ ਪੜ੍ਹਦੇ, ਬਹੁ ਸਿਮਰਤ ਬਹੁ ਸ਼ਾਸਤਰੀ ਪੇਖੇ ਸਰਬ ਟੰਡੋਲ। ਅਗਰ ਕੋਈ ਸ਼ਾਸਤਰ ਸੇ ਬਚ ਗਿਆ ਤੇ ਉਸ ਕੋ ਸ਼ਸਤਰ ਸੇ ਮਾਰੋ। ਸ਼ਸਤਰ ਕਹਿੰਦੇ ਨੇ ਹਥਿਆਰ ਨੂੰ, ਤੇ ਸ਼ਾਸਤਰ ਜੇ ਸੱਸਾ ਲਾ ਦਿਓ ਤੇ ਬਣ ਜਾਂਦਾ ਧਰਮ ਗ੍ਰੰਥ ਸ਼ਾਸਤਰ, ਤੇ ਜੇ ਨਾਲੋਂ ਸੱਸਾ ਲਾ ਦਿਓ ਤੇ ਫਿਰ ਬਣ ਜਾਂਦਾ ਸ਼ਸਤਰ। ਜਿਹੜਾ ਅਸੀਂ ਹੱਥ ਵਿੱਚ ਫੜਦੇ ਹਥਿਆਰ, ਇਹਨੂੰ ਸ਼ਸਤਰ ਬੋਲਿਆ ਜਾਂਦਾ। ਤੇ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ, ਉਸ ਗੁਰੂ ਗ੍ਰੰਥ ਸਾਹਿਬ ਨੂੰ ਸ਼ਾਸਤਰ ਬੋਲਿਆ ਜਾਂਦਾ ਹੈ। ਪਹਿਲੇ ਸ਼ਾਸਤਰ ਸੇ ਮਾਰੋ। ਸਾਨੂੰ ਇਹਨਾਂ ਲੋਕਾਂ ਨੇ ਸ਼ਸਤਰ ਨਾਲ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਔਰ ਕੁਛ ਹੱਦ ਤੱਕ ਇਹ ਕਾਮਯਾਬ ਹੋ ਗਏ ਸਾਨੂੰ ਮਾਰਨ ਦੇ ਵਿੱਚ। ਮੈਂ ਕੋਈ ਭੜਕਾਊ ਪ੍ਰਚਾਰ ਨਹੀਂ ਕਰਨਾ ਚਾਹੁੰਦਾ, ਮੈਂ ਕਿਸੇ ਫਿਰਕੇ ਦੇ ਉਲਟ ਨਹੀਂ ਬੋਲਣਾ ਚਾਹੁੰਦਾ। ਹਮ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ, ਹਿੰਦੂ ਤੁਰਕ ਕੋਈ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ। ਇਸ ਕਰਕੇ ਮੈਂ ਕੋਈ ਭੜਕਾਊ ਭਾਸ਼ਣ ਨਹੀਂ ਦੇਣਾ ਚਾਹੁੰਦਾ। ਮੈਂ ਆਪਣੀ ਕੌਮ ਦਾ ਜੋ ਮੈਂ ਆਪਣੀ ਜ਼ਿੰਦਗੀ 'ਚ ਹੰਢਾਇਆ ਜਾਂ ਮੈਂ ਵੇਖਿਆ, ਮੈਂ ਆਪਣਾ ਗੱਲ ਕਹਿਣੀ ਚਾਹੁੰਦਾ। ਪਹਿਲੇ ਸ਼ਸਤਰ ਸੇ ਮਾਰੋ। ਸ਼ਾਸਤਰ ਸੇ ਮਾਰੋ। ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਕਿਸੇ ਕੌਮ ਨੂੰ ਬਰਬਾਦ ਕਰਨਾ ਹੈ, ਮਾਰਨਾ ਹੈ, ਤੇ ਉਹਦੇ ਧਰਮ ਗ੍ਰੰਥ ਨੂੰ ਵਿਗਾੜ ਦਿਓ।
ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵੀ ਧੰਨੇ ਭਗਤ ਨੇ ਭਗਤੀ ਕਰਕੇ ਰੱਬ ਨੂੰ ਪਾਇਆ। ਤੇ ਭਾਈ ਗੁਰਦਾਸ ਦੀਆਂ ਜਦੋਂ ਵਾਰਾਂ ਪੜ੍ਹ ਦੇਂਗੇ ਉਹ ਕਹਿੰਦੇ ਆ ਕਿ ਰੱਬ ਨੂੰ ਪੱਥਰ ਵਿੱਚੋਂ ਪਾਇਆ। ਇਹ ਦੁਬਦਾ ਖੜੀ ਹੋ ਗਈ। ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਜਦੋਂ ਦੋਵਾਂ ਨੂੰ ਸੁਮੇਲ ਕਰਾਂਗੇ ਤੇ ਦੁਬਦਾ ਖੜੀ ਹੋ ਜਾਊਗੀ। ਇਹਨੂੰ ਕਹਿੰਦੇ ਨੇ ਅਗਲੇ ਨੂੰ ਮਾਰਨਾ। ਇੱਕ ਹੋਰ ਵੀ ਚਾਣਕਿਆ ਨੀਤੀ ਨੇ ਦੋ ਗੱਲਾਂ ਦਸੀਆਂ ਕੌਮ ਨੂੰ ਬਰਬਾਦ ਕਰਨ ਤੇ ਮਾਰਨ ਦੀਆਂ। ਪਹਿਲੇ ਸ਼ਾਸਤਰ ਸੇ ਫਿਰ ਸ਼ਸਤਰ ਸੇ। ਇੱਕ ਗੱਲ ਕੋਈ ਵਿਦਵਾਨ ਲਿਖਦਾ ਹੈ, ਕਹਿੰਦਾ ਕਿਸੇ ਕੌਮ ਨੂੰ ਮਾਰਨਾ ਹੋਵੇ ਤੇ ਕੀ ਕਰੋ, ਅਧਕ ਧੜੇ ਔਰ ਅਧਕ ਥੜੇ ਬਣਾਏ। ਜਿੰਨੇ ਕੌਮ ਵਿੱਚ ਧੜੇ ਪੈਦਾ ਹੋ ਜਾਣਗੇ ਓਨੀ ਕੌਮ ਕਮਜ਼ੋਰ ਪੈ ਜਾਊਗੀ। ਅੱਜ ਸਾਡੇ ਧੜੇ ਸਾਡੀ ਕਮਜ਼ੋਰੀ ਦਾ ਪ੍ਰਤੀਕ ਨੇ, ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਹੈ। ਹਰ ਤੀਜਾ ਬੰਦਾ ਆਪਣਾ ਧੜਾ ਬਣਾਉਣਾ ਚਾਹੁੰਦਾ ਹੈ ਤੇ ਧੜਾ ਬਣਾ ਕੇ ਇੱਕ ਨਵਾਂ ਫਸਾਦ ਖੜਾ ਕਰਨਾ ਚਾਹੁੰਦਾ ਕੌਮ ਦੇ ਵਿੱਚ। ਉਹ ਕਹਿੰਦਾ, ਵਿਦਵਾਨ ਕਹਿੰਦਾ, ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਅਧਕ ਧੜੇ ਔਰ ਅਧਕ ਥੜੇ ਬਣਾਏ। ਜਦੋਂ ਤੁਸੀਂ ਆਪਣਿਆਂ ਮੰਨਣ ਵਾਲਿਆਂ ਨੂੰ ਦੇ ਥੜੇ ਬਣਾ ਲਓਗੇ, ਜਿਨ੍ਹਾਂ ਨੂੰ ਅੰਗੀਠੇ ਕਹਿੰਦੇ ਆ ਅਸੀਂ, ਤੇ ਤੁਸੀਂ ਮਰ ਜਾਓਗੇ। ਅਧਕ ਧੜੇ, ਸਿੱਖ ਦਾ ਧੜਾ ਨਹੀਂ ਸੀ ਕੋਈ। ਸਿੱਖ ਦਾ ਧੜਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਡਾ ਇੱਕੋ ਧੜਾ ਸੀ। ਸਾਨੂੰ ਸੰਗਤ ਕਹਿੰਦੇ ਸੀ। ਅੱਜ ਵੀ ਬਿਹਾਰ, ਅਸਾਮ, ਬੰਗਾਲ ਦੇ ਵਿੱਚ ਜਿੰਨੇ ਗੁਰਦੁਆਰੇ ਨੇ ਉਹਨਾਂ ਗੁਰਦੁਆਰਿਆਂ ਦਾ ਨਾਮ ਹੈ ਸੰਗਤ ਸਾਹਿਬ। ਛੋਟੀ ਸੰਗਤ, ਬੜੀ ਸੰਗਤ। ਅਸੀਂ ਸੰਗਤ ਸਾਂ, ਸਾਨੂੰ ਧੜਿਆਂ ਦੇ ਵਿੱਚ ਵੰਡਿਆ ਗਿਆ। ਤੇ ਕਹਿੰਦਾ ਜਦੋਂ ਤੁਸੀਂ ਕੌਮ ਨੂੰ ਧੜਿਆਂ ਵਿੱਚ ਵੰਡ ਦਿਓਗੇ, ਅਧਕ ਧੜੇ ਔਰ ਅਧਕ ਥੜੇ ਬਣਾਏ, ਥੜੇ ਬਣਾ ਦਿਓ, ਮੁਰਦਿਆਂ ਦੇ ਅੰਗੀਠੇ ਬਣਾ ਦਿਓ, ਤੇ ਫਿਰ ਕੀ ਹੋਊਗਾ? ਵੇਖੋ ਗੱਲ ਆ ਨਾ। ਹੁਣ ਜੇ ਬਿਦ ਲੜੇ ਔਰ ਮਰ ਸਭ ਜਾਏ। ਜਦੋਂ ਧੜੇ ਬਣ ਜਾਣਗੇ, ਧੜੇ ਕੀ ਕਰਦੇ ਨੇ? ਧੜੇ ਇੱਕ ਦੂਸਰੇ ਨਾਲ ਲੜਦੇ ਨੇ। ਦੋ ਭਰਾ ਵਾ ਨਾ, ਉਹ ਆਪਸ ਵਿੱਚ ਲੜਨ ਲੱਗ ਪੈਣ ਤੇ ਗਵਾਂਢੀ ਬੜੇ ਖੁਸ਼ ਹੋ ਜਾਂਦੇ ਆ, ਕਿਉਂਕਿ ਸਾਡੇ ਗਲੋਂ ਬਲਾ ਟਲ ਗਈ ਆ। ਇਹ ਭਰਾ ਆਪਸ ਵਿੱਚ ਲੜਨਗੇ, ਮਰਨਗੇ, ਹੁਣ ਸਾਡੇ ਸਿਰੋਂ ਬਲਾ ਟਲ ਗਈ। ਅਧਕ ਧੜੇ ਔਰ ਅਧਕ ਥੜੇ ਬਣਾਏ, ਜੇ ਬਿਦ ਲੜੇ ਔਰ ਸਭ ਮਰ ਜਾਏ। ਹਰ ਬੰਦਾ ਆਪਣਾ ਧੜਾ ਬਣਾਉਣਾ ਚਾਹੁੰਦਾ। ਤੇ ਧੜਿਆਂ ਨੇ ਕੀਤਾ ਕੀ ਆ ਭਾਈ? ਧੜਿਆਂ ਨੇ ਤੇ ਲੜਾਇਆ ਜਾਂ ਹੋਰ ਕੀ ਕੀਤਾ ਹੈ? ਇੱਕ ਧੜਾ ਕਹਿੰਦਾ ਵਾ ਵੀ ਰਾਗਮਾਲਾ ਜਿਹੜਾ ਨਾ ਪੜੂਗਾ ਅਸੀਂ ਉਹਦੇ ਸਿਰ ਵਿੱਚ ਡੰਡਾ ਮਾਰ ਕੇ ਉਹਨੂੰ ਮਾਰ ਦਿਆਂਗੇ। ਇੱਕ ਧੜਾ ਕਹਿੰਦਾ ਹੈ ਕਿ ਜਿਹੜਾ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦੀ ਅਖੀਰ ਤੇ ਜਿਹੜੀ ਆਉਂਦੀ ਆ ਉਹ ਨਹੀਂ ਪੜੂਗਾ, ਉਹਦੇ ਸਿਰ ਵਿੱਚ ਡੰਡਾ ਮਾਰ ਕੇ ਅਸੀਂ ਮਾਰ ਦਿਆਂਗੇ ਉਸ ਬੰਦੇ ਨੂੰ। ਤੇ ਦੂਸਰਾ ਧੜਾ ਕਹਿੰਦਾ ਜਿਹੜਾ ਰਾਗਮਾਲਾ ਪੜੂਗਾ ਉਹਦੇ ਸਿਰ ਵਿੱਚ ਡੰਡਾ ਮਾਰ ਕੇ ਉਸ ਬੰਦੇ ਨੂੰ ਮਾਰ ਦਿਆਂਗੇ। ਧੜਿਆਂ ਨੇ ਆਹ ਸਾਨੂੰ ਦਿੱਤਾ ਹੈ। ਜਿੰਨੇ ਧੜੇ ਹੋਣਗੇ ਕੌਮ ਉਨੀ ਕਮਜ਼ੋਰ ਪੈ ਜਾਊਗੀ। ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਮਰਦਾਨੇ ਨੇ, ਕਹਿਣ ਲੱਗਾ, ਬਾਬਾ ਜੀ ਤੁਸੀਂ ਐਡੀ ਮਿਹਨਤ ਕਰ ਰਹੇ ਹੋ, ਦਿਨੇ ਰਾਤ ਭੁੱਖਾਂ ਤਰਿਆਂ ਚੱਲ ਚੱਲ ਕੇ ਇੱਕ ਪੰਥ ਨੂੰ ਸਾਜ ਰਹੇ ਹੋ, ਤੇ ਇਹਦਾ ਭਵਿੱਖ ਕੀ ਹੈ? ਕਹਿਣ ਲੱਗੇ, ਮਰਦਾਨਿਆ ਇਹਦਾ ਭਵਿੱਖ ਮੈਂ ਤੈਨੂੰ ਦੱਸਦਾ। ਮੇਰੀ ਕੌਮ ਦਾ ਭਵਿੱਖ ਕੀ ਹੈ? ਮੇਰੀ ਕੌਮ ਦਾ ਭਵਿੱਖ ਵਾ ਮਰਦਾਨਿਆ, ਜੇ ਇੱਕ ਰਹਿਣਗੇ ਤੇ ਮਰਦਾਨਿਆ ਸਾਰੀ ਦੁਨੀਆ ਤੇ ਰਾਜ ਕਰਨਗੇ। ਜੇ ਮਰਦਾਨਿਆਂ ਇੱਕ ਰਹਿਣਗੇ ਤਾਂ ਸਾਰੀ ਦੁਨੀਆ ਤੇ ਰਾਜ ਕਰਨਗੇ, ਤੇ ਜੇ ਮਰਦਾਨਿਆਂ ਧੜੇ ਬਣਾ ਲੈਣਗੇ। ਹਾਲਾਂਕਿ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਬਚਨ ਕੀਤਾ, ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉ ਧੜਾ ਕੀਆ। ਕਹਿਣ ਲੱਗੇ, ਮਰਦਾਨਿਆਂ ਜੇ ਮੇਰੀ ਉਮਤ, ਮੇਰਾ ਪੰਥ ਇੱਕ ਰਿਹਾ ਤੇ ਦੁਨੀਆ ਤੇ ਰਾਜ ਕਰੂਗਾ, ਤੇ ਜੇ ਮਰਦਾਨਿਆਂ ਧੜੇ ਬਣਾ ਕੇ ਤੇ ਜ਼ਮੀਨਾਂ ਉੱਤੇ ਕਬਜ਼ੇ ਕਰਨ ਲੱਗ ਪਏ, ਤੇ ਐਸ ਧਰਤੀ ਉੱਤੇ ਮੇਰੀ ਉਮਤ ਨੂੰ ਮਾਰ ਬੜੀ ਪੈਣੀ ਆ। ਸਾਨੂੰ 500 ਸਾਲ ਹੋ ਗਏ ਮਾਰ ਪੈ ਰਹੀ ਹੈ, 250 ਸਾਲ ਸਾਨੂੰ ਲੜਦਿਆਂ ਨੂੰ ਹੋ ਗਿਆ, ਸਿੱਟਾ ਕੋਈ ਨਹੀਂ ਨਿਕਲਿਆ। ਇੱਕ ਕਿਸੇ ਵਿਦਵਾਨ ਨੇ ਗੱਲ ਲਿਖੀ ਹੈ, ਉਹ ਕਹਿੰਦੇ ਲਬਾ ਨੇ ਖਤਾ ਕੀਆ। ਲਬਾ ਕਹਿੰਦੇ ਨੇ ਜ਼ਬਾਨ ਨੂੰ, ਮੂੰਹ ਨੂੰ।
ਲਬਾ ਨੇ ਖਤਾ ਕੀਆ, ਖਤਾ ਕਹਿੰਦੇ ਨੇ ਗੁਨਾਹ ਕਰਨਾ, ਪਾਪ ਕਰਨਾ। ਲਬਾ ਨੇ ਖਤਾ ਕੀ, ਕੌਮਾਂ ਨੇ ਸਜ਼ਾ ਪਾਈ। ਇੱਕ ਗੱਲ ਕੌਮ ਨੂੰ 100-100 ਸਦੀਆਂ ਤੱਕ ਬਰਬਾਦ ਕਰਦੀ ਰਹਿੰਦੀ ਆ। 100 ਸਾਲ ਅਸੀਂ ਅੰਗਰੇਜ਼ਾਂ ਨਾਲ ਲੜੇ ਤੇ ਫਾਂਸੀਆਂ ਤੇ ਚੜ੍ਹੇ, ਕਾਲੇ ਪਾਣੀ ਦੀਆਂ ਸਜ਼ਾਵਾਂ ਹੋ ਗਈਆਂ। ਤੇ ਜਿੱਦਣ ਆਖਿਆ ਕੁਛ ਕੀ ਲੈਣਾ ਤੁਸੀਂ, ਕਹਿਤਾ ਅਸੀਂ ਕੁਛ ਨਹੀਂ ਲੈਣਾ, ਅਸੀਂ ਭਰਾਵਾਂ ਨਾਲ ਹੀ ਰਹਿਣਾ ਚਾਹੁੰਦੇ ਆ। 100 ਸਾਲ ਅੰਗਰੇਜ਼ਾਂ ਨਾਲ ਲੜ ਕੇ ਜਦੋਂ ਕੁਛ ਲੈਣ ਦੀ ਵਾਰੀ ਆਈ ਤੇ ਕਹਿਤਾ ਅਸੀਂ ਭਰਾਵਾਂ ਨਾਲ ਹੀ ਰਹਿਣਾ ਚਾਹੁੰਦੇ ਆ। ਤੇ ਭਰਾਵਾਂ ਨੇ ਅਗਲੇ 1 ਸਾਲ ਨਹੀਂ ਪੈਣ ਤਾਂ ਉਹਨਾਂ ਆਖਿਆ ਸੀ ਇਹ ਜਰੈਮ ਪੇਸ਼ਾ ਲੋਕ ਨੇ, ਇਹਨਾਂ ਤੇ ਨਿਗਾਹ ਰੱਖੀ ਜਾਵੇ, ਇਹ ਜਰੈਮ ਪੇਸ਼ਾ ਕੌਮ ਹੈ ਸਿੱਖ ਕੌਮ ਜਿਹੜੀ ਆ। ਤੇ ਮੈਂ ਕਹਿ ਰਿਹਾ ਸੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ, ਜੇ ਤੇ ਇੱਕ ਦਾ ਜਾਪ ਜਪਦਿਆਂ ਇੱਕ ਦਾ ਇੱਕ ਰਹਿਣਗੇ ਤੇ ਸਾਰੀ ਦੁਨੀਆ ਉੱਤੇ ਮੇਰੇ ਪੰਥ ਦਾ ਰਾਜ ਹੋਊਗਾ। ਤੇ ਜੇ ਮਰਦਾਨਿਆਂ ਇਹ ਧੜੇ ਬਣਾ ਲੈਣਗੇ ਤੇ ਇਸ ਧਰਤੀ ਉੱਤੇ ਫਿਰ ਇਹਨਾਂ ਨੂੰ ਮਾਰ ਬੜੀ ਪੈਣੀ ਆ। ਹੁਣ ਸਾਡੀ ਮਾਰ ਦਾ ਕਾਰਨ ਸਾਡੇ ਧੜੇ ਆ। ਜੇ ਸਾਡੀ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜਾਏ ਤੇ ਕਿਸੇ ਦੀ ਕੀ ਜ਼ਰੂਰਤ ਵਾ ਸਾਡੇ ਵੱਲ ਕੋਈ ਵੇਖ ਵੀ ਜਾਵੇ। ਕੌਮ ਦਾ ਜਥੇਦਾਰ ਫਿਰਨ ਵਾਲੀ ਕੁਰਸੀ ਤੇ ਬੈਠਾ ਹੋਇਆ ਬਿਆਨ ਦੇ ਰਿਹਾ, ਉਹ ਤੂੰ ਜਥੇਦਾਰ ਕੌਮ ਦਾ, ਕੋਈ ਤੇਗਾ ਫੜ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਖਲੋ ਕੇ ਦੁਨੀਆ ਨੂੰ ਵੰਗਾਰ ਕਿ ਖਬਰਦਾਰ ਕਿਸੇ ਨੇ ਸਾਡੀ ਕੌਮ ਉੱਥੇ ਸ਼ਾਂਤਮਈ ਬੈਠੇ ਲੋਕਾਂ ਉੱਤੇ ਕਿਸੇ ਨੇ ਕੋਈ ਜ਼ੁਲਮ ਅਤਿਆਚਾਰ ਕੀਤਾ ਤੇ ਸਾਰਾ ਪੰਜਾਬ ਦਿੱਲੀ ਨੂੰ ਜਾਊਗਾ। ਤੇ ਤੂੰ ਫਿਰਨ ਵਾਲੀ ਕੁਰਸੀ ਲੈ ਕੇ ਬੈਠਾ ਹੋਇਆ, ਤੂੰ ਜਥੇਦਾਰ ਸਾਰ ਨਹੀਂ ਲੈ ਰਿਹਾ ਤੂੰ ਆਪਣੀ ਕੌਮ ਦੀ। ਤੇ ਮੈਂ ਕਹਿ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵੀ ਆਖਿਆ ਸੀ, ਜਿੱਦਾਂ ਉਹ ਉਦਾਹਰਨ ਦਿੰਦੇ ਨੇ ਇੱਕ, ਵੀ ਗੁਰੂ ਗੋਬਿੰਦ ਸਿੰਘ ਨੇ ਇੱਕ ਦਿਨ ਚੌਲ ਬਣਾਏ ਤੇ ਹਿਰਨਾਂ ਨੂੰ ਪਾ ਦਿੱਤੇ ਤੇ ਹਿਰਨਾਂ ਡਾਰਾਂ ਬੰਨ ਕੇ ਆਈਆਂ, ਖਾ ਕੇ ਮਜ਼ੇ ਨਾਲ ਤੁਰ ਗਈਆਂ। ਅਗਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਚੌਲ ਬਣਵਾਏ ਤੇ ਕੁੱਤਿਆਂ ਅੱਗੇ ਪਾਤੇ, ਕੁੱਤੇ ਲੜ ਕੇ ਮਰ ਗਏ, ਚੌਲ ਕਿਸੇ ਨੂੰ ਮਿਲੇ ਹੀ ਨਹੀਂ। ਲੜਾਈ ਦੇ ਵਿੱਚੋਂ ਕੁਛ ਨਹੀਂ ਮਿਲਦਾ ਹੁੰਦਾ ਭਾਈ। ਉਹ ਵਿਦਵਾਨ ਕਹਿੰਦਾ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਜਿਨ੍ਹਾਂ ਕੌਮਾਂ ਵਿੱਚ ਧੜੇ ਪੈਦਾ ਹੋ ਜਾਂਦੇ ਨੇ। ਬਰਗਾੜੀ ਮੋਰਚਾ ਫੇਲ ਹੋਇਆ ਧੜਿਆਂ ਕਾਰਨ। 4 ਲੱਖ ਬੰਦਾ 2015 ਚੱਬੇ ਦੀ ਚੱਬੇ ਦੀ ਧਰਤੀ ਤੇ ਇਕੱਠ ਹੋਇਆ, ਸਰਬੱਤ ਖਾਲਸਾ ਹੋਇਆ, ਧੜਿਆਂ 'ਚ ਵੰਡਿਆ ਗਿਆ, ਬਰਬਾਦ ਹੋ ਗਈ ਕੌਮ। ਤੇ ਉਹ ਇੱਕ ਕਾਰਨ ਇਹ ਦੱਸਦੇ ਨੇ ਕਿ ਜਿਹੜੀ ਕੌਮ ਧੜਿਆਂ 'ਚ ਵੰਡੀ ਜਾਵੇ ਉਹ ਖਤਮ ਹੋ ਜਾਂਦੀ ਆ। ਦੂਸਰਾ, ਦੁਤੀਆ ਗ੍ਰੰਥ ਪਰ ਉੱਪਰ ਸੰਸੇ ਉਠਾਏ। ਜਿਹੜੇ ਗੁਰੂ ਪੀਰ ਮਹਾਂਪੁਰਖ ਗ੍ਰੰਥ ਲੈ ਕੇ ਗਏ ਕੌਮ ਨੂੰ, ਉਹ ਗ੍ਰੰਥ ਉਨਤੇ ਸ਼ੰਕੇ ਪੈਦਾ ਕਰੋ, ਸ਼ੱਕ ਪੈਦਾ ਕਰੋ। ਉਹ ਸ਼ੱਕ ਅਸੀਂ ਕੀ ਪੈਦਾ ਕਰਦੇ ਹਾਂ? ਇਹ ਜੀ ਮਹੱਲਾ ਨਹੀਂ ਪੜ੍ਹਨਾ, ਮਹਿਲਾ ਪੜ੍ਹਨਾ ਵਾ, ਇੱਥੇ ਅਧਕ ਲਾ ਕੇ ਨਹੀਂ ਪੜ੍ਹਨਾ, ਅਸੀਂ ਬਿੰਦੀ ਲਾ ਕੇ ਪੜ੍ਹਨਾ ਹੈ। ਪਾਤਸ਼ਾਹ ਜਿਹੜੀ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਸ਼੍ਰੋਮਣੀ ਕਮੇਟੀ ਨੇ ਬੀੜ ਛਾਪੀ ਹੋਈ ਹੈ, ਇਹ ਪਾਤਸ਼ਾਹ ਦਾ, ਤੇ ਪੜ੍ਹਨਾ ਬੜਾ ਸੌਖਾ। ਤੇ ਕੁਛ ਲੋਕ ਕਹਿੰਦੇ ਨੇ ਇਹ ਤੋਂ ਨਹੀਂ ਪੜ੍ਹਨਾ, ਲੜੀਦਾਰ ਤੋਂ ਪੜ੍ਹਨਾ। ਅਸੀਂ ਲੜਾਈਆਂ, ਸਾਡੀ ਇੱਕ ਨਹੀਂ ਲੜਾਈ, ਸਾਡੀ ਲੜਾਈ ਸੈਂਟਰ ਨਾਲ ਨਹੀਂ ਆ, ਸਾਡੀ ਲੜਾਈ ਗੁਰਦੁਆਰਿਆਂ ਦੇ ਵਿੱਚ ਵਾ, ਸਾਡੀ ਲੜਾਈ ਸਿੱਖ ਦੀ ਆ, ਸਾਡੀ ਲੜਾਈ ਕੱਪੜਿਆਂ ਦੀ ਆ। ਜਿਸ ਕਿਸਮ ਦੇ ਕੱਪੜੇ ਮੈਂ ਪਾਏ ਨੇ ਦੂਜੇ ਕਿਉਂ ਨਹੀਂ ਪਾਏ, ਜਿਸ ਕਿਸਮ ਦੀ ਪੱਗ ਮੈਂ ਬੱਧੀ ਹੋਈ ਆ ਇਹ ਦੂਜੇ ਨੇ ਕਿਉਂ ਨਹੀਂ ਬੱਧੀ ਹੋਈ। ਸਾਡੀਆਂ ਲੜਾਈਆਂ ਆਹ ਨੇ, ਇਹ 5 ਬਾਣੀਆਂ ਨਹੀਂ ਜੀ, ਇਹ 3 ਬਾਣੀਆਂ ਨੇ। ਸਾਡੀ ਕੌਮ ਦੀਆਂ ਸੈਂਕੜੇ ਲੜਾਈਆਂ ਨੇ। ਇਹ ਰਹਿ ਰਸ ਵੱਡੀ ਕਰਨੀ ਆ ਜੀ, ਰਹਿ ਰਸ ਛੋਟੀ ਕਰਨੀ ਆ ਜੀ, ਇਹ ਇੱਦਾਂ ਕਰੋ ਜੀ, ਉੱਦਾਂ ਕਰੋ ਜੀ, ਰਾਗਮਾਲਾ ਨਹੀਂ ਪੜ੍ਹਨੀ, ਰਾਗਮਾਲਾ ਪੜ੍ਹਨੀ ਆ। ਲੜਾਈਆਂ ਤੇ ਸਾਡੀਆਂ ਨੇ, ਬਰਬਾਦੀ ਤੇ ਅਸੀਂ ਖੁਦ ਕੀਤੀ ਹੋਈ ਆ, ਇਹਦੇ 'ਚ ਸਰਕਾਰਾਂ ਦਾ ਕੀ ਹੱਥ ਹੁਣ। ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਆਪਣੇ ਧਰਮ ਗ੍ਰੰਥ ਉੱਤੇ ਸ਼ੰਕੇ ਪੈਦਾ ਕਰੋ, ਸ਼ੱਕ ਉਠਾਓ। ਤੇ ਦੂਸਰਾ ਕਾਰਨ ਉਸ ਵਿਦਵਾਨ ਨੇ ਲਿਖਿਆ ਵਾ ਕਿ ਗ੍ਰੰਥ ਸਾਧ ਦੂਸਰਾ ਗ੍ਰੰਥ ਬਣਾਏ। ਜੇ ਕੌਮ ਨੂੰ ਦੁਬਦਾ 'ਚ ਪਾਉਣਾ ਹੈ ਨਾ, ਵੇਖੋ ਹੁਣ ਕੋਈ ਗੱਲ ਨਹੀਂ ਦਿੱਲੀ, ਕੋਈ ਮਸਲਾ ਨਹੀਂਗਾ, ਕੁਝ ਸ਼ਰਾਰਤੀ ਲੋਕਾਂ ਨੇ 2 ਗੱਲਾਂ ਲਿਖ ਦਿੱਤੀਆਂ, ਬਿੱਲ ਲਿਖ ਦਿੱਤੇ ਗਏ ਤੇ ਉਹਦੀ ਖਾਤਰ ਅੱਜ ਸਾਨੂੰ 6 ਮਹੀਨੇ ਹੋ ਗਏ ਲੜਦਿਆਂ ਨੂੰ, ਤੇ ਅਰਬਾਂ ਰੁਪਈਆ ਕੌਮ ਦਾ ਬਰਬਾਦ ਹੋ ਗਿਆ।
ਜਦੋਂ ਅਸੀਂ ਲੜਨ ਵਾਲੇ ਪਾਸੇ ਤੁਰ ਜਾਵਾਂਗੇ, ਅਸੀਂ ਆਪਣੇ ਧਰਮ ਦਾ ਵਿਕਾਸ ਨਹੀਂ ਕਰ ਸਕਾਂਗੇ। ਅਸੀਂ ਤਰੱਕੀ ਕਿਉਂ ਨਹੀਂ ਕਰ ਸਕੇ? ਕਿਉਂਕਿ ਅਸੀਂ ਤਾਂ ਲੜਨ ਵਾਲੇ ਪਾਸੇ ਪੈ ਗਏ। ਸਾਡਾ ਤਾਂ ਖਹਿੜਾ ਲੜਾਈ ਨੇ ਨਹੀਂ ਛੱਡਿਆ। 100 ਸਾਲ ਅਸੀਂ ਅੰਗਰੇਜ਼ਾਂ ਨਾਲ ਲੜੇ, 100 ਸਾਲ ਅਸੀਂ ਮੁਗਲਾਂ ਨਾਲ ਲੜੇ। ਤੇ ਦੱਸੋ, ਜਿਹੜਾ 100 ਸਾਲ ਦੇ ਵਿੱਚ 4 ਪੀੜ੍ਹੀਆਂ ਬਣ ਜਾਂਦੀਆਂ, 100 ਸਾਲ ਦੇ ਵਿੱਚ 25 ਸਾਲ ਦੀ ਇੱਕ ਪੀੜ੍ਹੀ ਹੁੰਦੀ ਆ, 8 ਪੀੜ੍ਹੀਆਂ ਸਾਨੂੰ ਲੜਦਿਆਂ ਨੂੰ ਹੋ ਗਿਆ। ਤੇ ਕੀ ਬਣੂ ਸਾਡਾ? ਹੁਣ ਐਸੇ ਜਿਹੜੇ ਸਾਡੇ ਪ੍ਰਚਾਰਕ ਸੀ, ਗਲੇ ਫਾੜ ਫਾੜ ਕੇ ਸਟੇਜਾਂ ਤੇ ਕਹਿੰਦੇ ਸੀ ਦਿੱਲੀ ਮਾਰ ਲਈ ਤੇ ਬਿੱਲੀ ਮਾਰ ਲਈ ਇੱਕ ਬਰਾਬਰ ਆ। ਸਾਰੇ ਲੁਕ ਗਏ ਨੇ ਚੂਹਿਆਂ ਵਾਂਗੂ ਖੁੱਡਾਂ 'ਚ, ਸਭ ਵੜ ਗਏ ਨੇ। ਜਦੋਂ ਪਿੰਨੀਆਂ ਖਾਣੀਆਂ ਸੀ ਉਦੋਂ ਜਾਂਦੇ ਸੀ, ਤੇ ਹੁਣ ਉੱਥੇ ਮੋਰਚਾ ਸਾਡੀ ਇੱਜ਼ਤ ਦਾ ਸਵਾਲ ਬਣ ਗਿਆ। ਇਹ ਕਿਸਾਨ ਮੋਰਚਾ ਦੀ ਥਾਂ ਤੇ ਸਾਡਾ ਇੱਕ ਇੱਜ਼ਤ ਦਾ ਸਵਾਲ ਬਣ ਗਿਆ। ਤੇ ਇਹ ਜਿਹੜੇ ਮਹਿਲ ਸਿੰਘ ਵਰਗੇ ਜਾਂ ਮੋਰਾਂ ਵਾਲੀਆਂ ਵਰਗੇ ਜਿਹੜੇ ਸਟੇਜਾਂ ਉੱਤੇ ਬਹਿ ਕੇ ਚੀਕਾਂ ਮਾਰਦੇ ਹੁੰਦੇ ਸੀ, ਦਿੱਲੀ ਮਾਰ ਲਈ ਤੇ ਬਿੱਲੀ ਮਾਰ ਲਈ ਇੱਕ ਬਰਾਬਰ ਆ, ਕਿੱਥੇ ਗਏ ਨੇ ਹੁਣੇ? ਅੱਜ ਹੀ ਕਿਸੇ ਨੇ ਪੋਸਟ ਪਾਈ ਸੀ, ਦਾਦੂਵਾਲ ਕਿੱਥੇ ਆ? ਮੈਂ ਕਿਹਾ ਪੈਸੇ ਗਿਣਦੇ ਆ ਬਰਗਾੜੀ ਕਾਂਡ ਦੇ। ਬਾਈ ਪੈਸੇ ਨਹੀਂ ਗਿਣੇ ਗਏ ਉਹਦੇ ਕੋਲੋਂ, ਪੈਸੇ ਗਿਣਦੇ ਆ ਅੰਦਰ ਬੈਠਾ, ਲੱਗਾ ਰਹਿੰਦੇ ਉਹਨੂੰ ਪੈਸੇ ਗਿਣਤੇ ਅਜੇ। ਕੌਮ ਦੇ ਜਥੇਦਾਰ ਨੇ। ਹਾਂ, ਮਨਜਿੰਦਰ ਸਿੰਘ ਸਰਸਾ ਦਿੱਲੀ ਵਾਲੇ ਬਹੁਤ ਵੱਡਾ ਉਪਰਾਲਾ ਕਰਦੇ ਨੇ। ਉਹਨਾਂ ਦਾ ਫਰਜ਼ ਵੀ ਬਣਦਾ, ਇਹ ਕੋਈ ਅਹਿਸਾਸ ਨਹੀਂ ਆ, ਉਹਨਾਂ ਦਾ ਫਰਜ਼ ਬਣਦਾ। ਕੌਮ ਨੇ ਉਹਨਾਂ ਨੂੰ ਪਦਵੀਆਂ ਬਖਸ਼ੀਆਂ ਹੋਈਆਂ ਨੇ। ਇਹ ਜਿਹੜੇ ਲੋਕ ਕਹਿੰਦੇ ਸੀ ਦਿੱਲੀ ਮਾਰ ਲਈ ਬਿੱਲੀ ਮਾਰ ਲਈ, ਇਹਨਾਂ ਨੂੰ ਅਕਲ ਨਹੀਂ, ਅਕਲ ਦੇ ਅੰਨਿਓ। ਦਿੱਲੀ ਐਵੇਂ ਨਹੀਂ ਸੀ ਮਰੀ। 70 ਸਾਲ ਸਾਡੇ ਬਜ਼ੁਰਗ ਜੰਗਲਾਂ 'ਚ ਬੈਠੇ ਰਹੇ, 3 ਪੀੜ੍ਹੀਆਂ ਸਾਡੀਆਂ ਜੰਗਲਾਂ ਵਿੱਚ ਜੰਮੀਆਂ, ਤੇ ਤਾਂ ਜਾ ਕੇ ਦਿੱਲੀ ਮਰੀ ਸੀ। ਕਿ ਦਿੱਲੀ ਸਟੇਜਾਂ ਤੇ ਚੀਕਾਂ ਮਾਰਨਾ ਦਿੱਲੀ ਮਰ ਜਾਂਦੀ ਆ? ਇਹ ਦਿੱਲੀ ਮਾਰ ਲਈ ਬਿੱਲੀ ਮਾਰ ਲਈ ਇੱਕ ਬਰਾਬਰ ਆ। ਲੱਖ ਬੰਦਾ ਸੀ ਕੌਮ ਦਾ, ਤੇ 35 ਹਜ਼ਾਰ ਇੱਕ ਦਿਨ ਸ਼ਹੀਦ ਹੁੰਦਾ ਸੀ ਕੁੱਪ ਦੇ ਮੈਦਾਨ ਵਿੱਚ। 10,000 ਬੰਦਾ ਗੁਰਦਾਸਪੁਰ ਦੇ ਮੈਦਾਨ ਕਾਹਨੂੰਵਾਲ ਦੀ ਛੰਭ ਜਿਹਨੂੰ ਕਹਿੰਦੇ, ਉੱਥੇ ਸ਼ਹੀਦ ਹੋਇਆ। 70 ਸਾਲ ਬਜ਼ੁਰਗ ਸਾਡੇ ਘਰ-ਬਾਰ ਛੱਡ ਕੇ, ਗੁਰਦੁਆਰੇ ਛੱਡ ਕੇ ਜੰਗਲਾਂ 'ਚ ਰਹੇ, ਤੇ ਘਰ ਘਾਟ ਢੱਠ ਗਏ, ਤੇ ਚੁੱਲ੍ਹਿਆਂ ਉੱਤੇ ਘਾਹ ਉਗਾਇਆ, ਤੇ ਦਰਬਾਰ ਸਾਹਿਬ ਦੇ ਅੰਦਰ ਮੱਸੇ ਰੰਗੜ ਨੇ ਬੈਠ ਕੇ ਸ਼ਰਾਬਾਂ ਪੀਤੀਆਂ, ਸਰੋਵਰ ਸਾਡੇ ਪੂਰ ਦਿੱਤੇ ਗਏ। ਤੇ 70 ਸਾਲ ਸਾਨੂੰ ਲੱਗਾ ਸਮਾਂ ਜੰਗਲਾਂ 'ਚ, ਫਿਰ ਅਸੀਂ ਦਿੱਲੀ ਤੱਕ ਪਹੁੰਚ ਗਏ। ਇਹ ਜਿਹੜੇ ਕਹਿੰਦੇ ਨਾ ਦਿੱਲੀ ਕੀ ਤੇ ਬਿੱਲੀ ਕੀ ਇੱਕ ਬਰਾਬਰ ਹੁੰਦੀ ਆ, ਇਹਨਾਂ ਨੇ ਪੈਸਾ ਕਮਾਇਆ ਸਟੇਜਾਂ ਉੱਤੇ ਚੜ੍ਹ ਕੇ। ਇਹਨਾਂ ਨੇ ਲੋਕਾਂ ਨੂੰ ਭੜਕਾ ਕੇ, ਉਹ ਜਿਹੜਾ ਮਹਿਲ ਸਿੰਘ ਝੂਠ ਹੀ ਮਾਰੀ ਜਾਂਦਾ, 3 ਪਿਓ ਪੁੱਤ ਝੂਠ ਹੀ ਮਾਰਨ ਤੇ ਲੱਗੇ ਹੋਏ ਨੇ। ਹੁਣ ਕਿੱਥੇ ਗਏ 3 ਪਿਓ ਪੁੱਤ? ਬਹਿੰਦੇ ਕਿਉਂ ਨਹੀਂ ਉੱਥੇ ਜਾ ਕੇ? ਵੱਡੇ ਸੂਰਮੇ ਵੱਡੀਆਂ ਕਿਰਪਾਨਾਂ ਪਾ ਕੇ ਤੁਰੇ ਫਿਰਦੇ ਸੀ, ਹੁਣ ਕਿੱਥੇ ਲੁਕ ਗਏ ਨੇ? ਕੱਲ ਉੱਥੇ ਕਵੀਸ਼ਰੀ ਕਰਕੇ ਗਏ, 31,000 ਰੁਪਇਆ ਕੱਲ ਲੈ ਕੇ ਗਏ, ਅੱਜ ਕਿਤੇ 31,000 ਹੋਰ ਲਿਆ ਹੋਣਾ। ਇਹ ਤਾਂ ਪੈਸੇ ਕਮਾਉਣ ਦੇ ਨੇ ਤੇ ਲੋਕਾਂ ਨੂੰ ਭੜਕਾਉਣ ਦੇ ਨੇ। ਦਿੱਲੀ ਕੀ ਤੇ ਬਿੱਲੀ ਕੀ। ਉਹ ਮੈਂ ਖੈਰ ਮੈਨੂੰ ਕਈ ਕਹਿੰਦੇ ਬਾਬਾ ਜੀ ਥੋੜਾ ਠੰਡਾ ਹੀ ਆ ਭਾਈ, ਬਹੁਤੇ ਗਰਮ ਨਹੀਂ ਆ। ਇੱਕ ਤੇ ਉੱਤੋਂ ਠੰਡ ਬੜੀ ਆ, ਤੇ ਗਰਮ ਹੋਣਾ ਕਿਹੜਾ ਕੋਈ ਸੌਖਾ ਰੱਖਿਆ। ਉਹ ਕਹਿੰਦਾ ਵੀ ਜਿਸ ਕੌਮ ਨੂੰ ਤੁਸੀਂ ਬਰਬਾਦ ਕਰਨਾ ਹੈ, ਉਹ ਉਸ ਕੌਮ ਦਾ ਜਿੱਦਾਂ ਦਾ ਗ੍ਰੰਥ ਵਾ ਉਦਾਂ ਦਾ ਗ੍ਰੰਥ ਇੱਕ ਹੋਰ ਬਣਾ ਦਿਓ। ਤੇ ਜਦੋਂ 2 ਗ੍ਰੰਥ ਹੋ ਜਾਣਗੇ ਕੌਮ ਦੇ ਕੋਲ, 2 ਵਿਚਾਰਧਾਰਾ ਹੋ ਜਾਣਗੀਆਂ, 100 ਧੜਾ ਹੋ ਜਾਊਗਾ। ਇਹ ਆਪੇ ਲੜ ਕੇ ਮਰਨਗੇ, ਸਰਕਾਰਾਂ ਨੂੰ ਮਾਰਨ ਦੀ ਕੋਈ ਲੋੜ ਨਹੀਂ ਹੈ। ਇੱਕ ਧੜਾ ਦੂਸਰੇ ਧੜੇ ਦਾ ਵੈਰੀ ਬਣਿਆ ਫਿਰਦਾ ਹੈ। ਕਹਿੰਦਾ ਇੱਕ ਗ੍ਰੰਥ ਦੇ ਮੁਕਾਬਲੇ ਤੇ ਦੂਸਰਾ ਗ੍ਰੰਥ ਰੱਖ ਦਿਓ, ਤਾਂ ਕਿ ਕੌਮ ਲੜਨ ਲੱਗ ਪਵੇ। ਇੱਕ ਆਖੇ ਵੀ ਆਹ ਗ੍ਰੰਥ ਮਹਾਨ ਆ, ਦੂਜਾ ਆਖੇ ਆਹ ਗ੍ਰੰਥ ਮਹਾਨ ਆ। ਜਿਸ ਗੁਰੂ ਗ੍ਰੰਥ ਸਾਹਿਬ ਵਿੱਚ ਦੇਵੀ ਦੇਵਤਿਆਂ ਨੂੰ ਕੋਈ ਅਹਿਮੀਅਤ ਨਾ ਦਿੱਤੀ ਹੋਵੇ, ਪਰਮੇਸ਼ੁਰ ਨਰ ਦੇਵੀ ਦੇਵਾ, ਦੇਵਾ ਦੇਵੀ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਅਸੀਂ ਕੋਈ ਕਿਸੇ ਦੇਵੀ ਦੇਵਤੇ ਨੂੰ ਮੰਨਦਾ ਹੈ, ਉਹਨੂੰ ਨਮਸਕਾਰ ਮੰਨਣ ਵਾਲੇ ਮੰਨਣ, ਉਹਨਾਂ ਦੇ ਨੇ ਕੋਈ ਸਾਨੂੰ, ਅਸੀਂ ਇਤਰਾਜ਼ ਨਹੀਂ ਕਰਦੇ, ਸਾਨੂੰ ਕੋਈ ਵੱਡੀ ਬਾਤ ਨਹੀਂ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਕੀ ਫਿਲਾਸਫੀ ਆ? ਗੁਰੂ ਗ੍ਰੰਥ ਸਾਹਿਬ ਕਹਿੰਦੇ ਸੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਕਰ ਆਇਆ, ਅਜੇ ਸਰੋਵੇ ਪੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਰੋਵੇ ਰਾਮ
ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਆਏ। ਰੋਵੇ ਪਾਂਡਵ ਭਏ ਮਜੂਰਾ, ਜਿਨ ਕੇ ਸੁਆਮੀ ਰਹਿਤ ਹਜੂਰ। ਰੋਏ ਜਨ ਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਿਆ। ਰੋਵੇ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਪੀੜ। ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਪੀਖਿਆ ਜਾਏ। ਰੋਵੇ ਕਿਰਪਨ ਸੰਚੇ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਬਾਲੀ ਰੋਵੇ ਨਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਤੇ ਇੱਕ ਅਸੀਂ ਆਪਣੇ ਕੋਲੋਂ ਤੁਕ ਪੜ੍ਹਦੇ ਹਾਂ, ਐਸੋ ਸੁਖੀਆ ਜਿਸ ਨਾਮ ਆਧਾਰ। ਇਹ ਤੁਕ ਨਹੀਂ ਹੈ, ਨਾਨਕ ਦੁਖੀਆ ਸਭ ਸੰਸਾਰ। ਇਹਦੀ ਅਗਲੀ ਤੁਕ ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਜਿਸ ਬਾਣੀ ਨੇ ਇਹਨਾਂ ਦੇਵੀ ਦੇਵਤਿਆਂ ਨੂੰ ਕੋਈ ਅਹਿਮੀਅਤ ਨਾ ਦਿੱਤੀ ਹੋਵੇ। ਰੋਵੇ ਰਾਮ ਨਿਕਾਲਾ ਪਿਆ, ਰਾਮ ਝੁਰੇ ਦਲ ਮੇਲਵੇ। ਅੰਤਰ ਬਲ ਅਧਿਕਾਰ, ਬੰਤਰ ਕੀ ਸੈਨਾ ਸੇਵੀਏ। ਮਨ ਤਨ ਜੁਝ ਪਾਰ, ਰਾਮ ਝੁਰੇ ਮਨ ਮੇ ਝੂਰੇ ਰਾਮਚੰਦ। ਜਿਨ੍ਹਾਂ ਦੇਵੀ ਦੇਵਤਿਆਂ ਨੂੰ ਪੈਗੰਬਰਾਂ ਨੂੰ ਉਹ ਮੰਨਦੇ ਨੇ, ਵੀਰ ਸਾਡੇ ਮੰਨਣਾ ਚਾਹੀਦਾ, ਉਹਨਾਂ ਦੇ ਪੈਗੰਬਰ ਨੇ, ਮੰਨਣ। ਪਰ ਸਾਡਾ ਤੇ ਮਜ਼ਹਬੀ ਵੱਖਰਾ ਹੈ, ਸਾਡਾ ਤਾਂ ਧਰਮ ਵੱਖਰਾ ਵਾ। ਅਸੀਂ ਉਹਨਾਂ ਦਾ ਕੋਈ ਨਰਾਦਰ ਨਹੀਂ ਕਰਦੇ। ਪਰ ਜਿਨ੍ਹਾਂ ਦੇਵੀ ਦੇਵਤਿਆਂ ਅਵਤਾਰਾਂ ਪੀਰ ਪੈਗੰਬਰਾਂ ਨੂੰ ਬਾਣੀ ਮੰਨਦੀ ਨਾ ਹੋਵੇ, ਤੇ ਉਹਨਾਂ ਪੀਰਾਂ ਪੈਗੰਬਰਾਂ ਅਵਤਾਰਾਂ ਦੀ ਵਡਿਆਈ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਤੁਸੀਂ ਪ੍ਰਕਾਸ਼ ਕਰ ਦਿਓ। ਇਹ ਵੀ ਇੱਕ ਕੌਮ ਨੂੰ ਖਤਮ ਕਰਨ ਦਾ ਇੱਕ ਜ਼ਰੀਆ ਹੁੰਦਾ ਹੈ, ਤਰੀਕਾ ਹੁੰਦਾ ਹੈ। ਉਹ ਕਹਿੰਦਾ ਇੱਕ ਤੇ ਧੜੇ ਬਣਾਓ, ਜਿੰਨੇ ਵੱਧ ਤੋਂ ਵੱਧ ਧੜੇ ਬਣ ਜਾਣਗੇ, ਕੌਮ ਲੜ ਕੇ ਮਰ ਜੂਗੀ। ਉਹ ਸਾਡੇ ਨਾਲ ਹੋ ਗਿਆ। ਤੇ ਇੱਕ ਗ੍ਰੰਥ ਦੇ ਮੁਕਾਬਲੇ ਤੇ ਦੂਸਰਾ ਗ੍ਰੰਥ ਲਿਖ ਦਿਓ, ਤਾਂ ਵੀ ਦੁਬਦਾ ਖੜੀ ਹੋ ਜੂਗੀ। ਇੱਕ ਕਹੂਗਾ ਰਾਗਮਾਲਾ ਪੜ੍ਹਨੀ ਆ, ਦੂਜਾ ਕਹੂ ਨਹੀਂ ਪੜ੍ਹਨੀ ਰਾਗਮਾਲਾ। ਇੱਕ ਕਹੂ ਮਹਿਲਾ ਪੜ੍ਹਨਾ, ਦੂਜਾ ਆਖੂ ਮਹੱਲਾ ਪੜ੍ਹਨਾ। ਇੱਦਾਂ ਲੜ ਕੇ ਮਰ ਜਾਣਗੇ ਸਾਰੇ ਹੀ। ਤੇ ਉਹ ਕਹਿੰਦਾ ਅਗਰ ਇੱਥੋਂ ਵੀ ਕੋਈ ਬਚ ਗਿਆ, ਕੋਈ ਕੌਮ ਧੜਿਆਂ ਤੋਂ ਬਚ ਗਈ ਆ। ਵੇਖੋ ਭਾਈ ਗੁਰਦਾਸ ਨੇ ਕਿ ਲਿਖਿਆ ਕਿ 72 ਧੜੇ ਮੁਸਲਮਾਨ ਦੇ ਬਣ ਗਏ ਨੇ। ਮੁਸਲਮਾਨ ਧੜਿਆਂ 'ਚ ਮਰਨਦੇ ਨੇ। ਇੱਕ ਮੁਸਲਮਾਨ ਨੂੰ ਮਾਰਨਦੇ ਆ, ਮਸੀਤਾਂ 'ਚ ਮਾਰਨਦੇ ਨੇ ਧੜਿਆਂ ਕਾਰਨ। ਕੋਈ ਧੜਿਆਂ ਤੋਂ ਬਚ ਗਿਆ, ਕੋਈ ਥੜਿਆਂ ਤੋਂ ਬਚ ਗਿਆ। ਹੁਣ ਗੁਰਦੁਆਰਿਆਂ 'ਚ ਬਾਬਿਆਂ ਦੇ ਥੜੇ ਬਣਨੇ ਸ਼ੁਰੂ ਹੋ ਗਏ ਨੇ। ਇਹ ਤੁਸੀਂ ਹੁਣ ਇਸ ਗੱਲ ਨੂੰ ਗਹਿਰਾਈ ਨਾਲ ਨਹੀਂ ਲੈ ਰਹੇ। ਇਹ ਆਉਣ ਵਾਲੀ 100 ਸਾਲ ਤੱਕ ਇਹ ਜਿਹੜੇ ਥੜੇ ਗੁਰਦੁਆਰਿਆਂ 'ਚ ਬਾਬਿਆਂ ਦੇ ਅੰਗੀਠੇ ਬਣਦੇ ਨੇ, ਇਹਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਨਾ ਹੈ। ਜਿੱਦਾਂ ਹੁਣ ਧੜਿਆਂ ਨੇ ਕੀਤਾ ਹੈ ਨਾ, ਤੇ ਕੱਲ ਨੂੰ ਥੜਿਆਂ ਨੇ ਵੀ ਕਰਨਾ ਸਾਡਾ ਕੌਮ ਦਾ ਨੁਕਸਾਨ। ਉਹ ਕਹਿੰਦਾ ਕੋਈ ਧੜਿਆਂ ਤੋਂ ਬਚ ਗਿਆ, ਕੋਈ ਥੜਿਆਂ ਤੋਂ ਬਚ ਗਿਆ, ਫਿਰ ਹੁਣ ਕੌਮ ਨੂੰ ਕਿਸ ਤਰ੍ਹਾਂ ਮਾਰੋਗੇ? ਇਹ ਵਿਦ ਕਰਨ ਤੇ ਜੋ ਬੱਚੇ ਤੀਖਣ ਸ਼ਸਤਰ ਖਪਾਏ, ਉਹਨੂੰ ਫਿਰ ਸ਼ਸਤਰ ਨਾ ਮਾਰ ਦਿਓ। ਉਹ ਗੱਲ ਉੱਥੇ ਆ ਗਈ ਨਾ ਆਪਣੀ ਪਹਿਲਾਂ, ਕਿ ਪਹਿਲੇ ਸ਼ਸਤਰ ਸੇ ਮਾਰੋ, ਪਹਿਲੇ ਸ਼ਾਸਤਰ ਸੇ ਮਾਰੋ। ਕਿਸੇ ਕੌਮ ਨੂੰ ਮਾਰਨਾ, ਉਹਦੇ ਧਰਮ ਗ੍ਰੰਥ ਤੇ ਦੁਬਦਾ ਖੜੀ ਕਰ ਦਿਓ। ਅਗਰ ਉਹ ਬਚ ਜਾਵੇ, ਫਿਰ ਸ਼ਸਤਰ ਸੇ ਮਾਰੋ। ਇਸ ਕਰਕੇ ਭਾਈ ਸਾਨੂੰ ਬੜੀ ਸੁਚੇਤ ਹੋਣਾ ਚਾਹੀਦਾ। ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਫਰਜ਼ ਸਮਝਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਵੀ ਲਾਮਾ ਮਾਰਿਆ ਸੀ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨਾ ਆਇਆ। ਐ ਪਰਮੇਸ਼ਰਾ, ਇੰਨੀ ਮਾਰ ਪੈਣ ਦੀ ਦੁਨੀਆ ਨੂੰ, ਤੂੰ ਦਰਦਵਾਨ ਨਹੀਂ ਆ, ਤੈਨੂੰ ਕੋਈ ਦਰਦ ਹੀ ਨਹੀਂ ਆ। ਦੁਨੀਆ ਬਰਬਾਦ ਹੋ ਗਈ, ਦੁਨੀਆ ਮਾਰ ਦਿੱਤੀ ਗਈ। ਮੁਸ ਕੋਈ ਰਵਾਇਆ, ਥਾਨ ਮਕਾਨ ਜਲੇ ਬਿਜ ਮੰਦਰਾ। ਬੜੀ ਬਰਬਾਦੀ ਕਰਤੀ ਬਾਬਰ ਨੇ, ਤੇ ਰੱਬਾ ਤੈਨੂੰ ਕੋਈ ਦਰਦ ਨਹੀਂ ਆਇਆ, ਤੂੰ ਦਰਦਵਾਨ ਨਹੀਂ ਆ। ਹਾਲਾਂਕਿ ਤੈਨੂੰ ਦਰਦਵਾਨ ਕਹਿੰਦੇ ਆ, ਪਰ ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨਾ ਆਇਆ। ਪਰ ਮਾਰ ਕਹਿੰਦੇ ਨੇ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ। ਮਹਾਰਾਜ ਨੇ ਬੜੀ ਉਦਾਹਰਨ ਦੇ ਦਿੱਤੀ ਆ। ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਦੇ ਚੌਂਕ ਵਿੱਚ ਖਲੋ ਕੇ ਹੱਥ ਤਾਂ ਨੂੰ ਉੱਚਾ ਕਰਕੇ
ਆਖਿਆ ਸੀ ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਤੁਹਾਨੂੰ ਕੋਈ ਦਰਦ ਹੀ ਨਹੀਂ ਆ, ਐਡੀ ਮਾਰ ਪੈ ਰਹੀ ਨੇ। ਤੇ ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਮਹਾਰਾਜ ਕਹਿੰਦੇ ਕੋਈ ਤਕੜੇ ਬੰਦੇ ਲੜ ਰਹੇ ਨੇ, ਮਰ ਰਹੇ ਨੇ, ਕੋਈ ਦੇਸ਼ ਮਰ ਰਿਹਾ, ਇੱਕ ਦੂਸਰੇ ਨੂੰ ਦੇਸ਼ ਮਾਰ ਰਿਹਾ, ਤੇ ਕੋਈ ਫਿਕਰ ਵਾਲੀ ਬਾਤ ਨਹੀਂ ਆ। ਪਰ ਮੈਂ ਦੁਪਹਿਰੇ ਵੀ ਇੱਕ ਆਡੀਓ ਪਾਈ ਸੀ ਕਿ ਸਕਤਾ ਸੀ ਮਾਰੇ ਪੈ ਵੱਗੇ। ਜਦੋਂ ਕੋਈ ਬੱਕਰੀਆਂ ਚਾਰ ਰਿਹਾ ਹੋਵੇ, ਭੇਡਾਂ ਚਾਰ ਰਵੇ, ਤੇ ਸ਼ੇਰ ਆਣ ਕੇ ਪੈ ਜੇ, ਤੇ ਮੁੜ ਕੇ ਉਸ ਚਾਰਨ ਵਾਲੇ ਨੂੰ ਪੁੱਛਿਆ ਜਾਂਦਾ ਤੂੰ ਕਿੱਥੇ ਹਾਂ, ਤੇਰੀਆਂ ਭੇਡਾਂ ਤੇ ਬੱਕਰੀਆਂ ਨੂੰ ਸ਼ੇਰ ਖਾ ਗਿਆ। ਸਕਤਾ ਸੀ, ਸ਼ੇਰ ਸ਼ਕਤੀਵਾਨ ਹੁੰਦਾ ਹੈ। ਮਾਰੇ ਪੈ ਵੱਗੇ, ਕੋ ਬੱਕਰੀਆਂ ਉੱਤੇ ਹੱਲਾ ਬੋਲ ਦੇਵੇ, ਤੇ ਖਸਮੇ ਜਿਹੜਾ ਉਹਨੂੰ ਚਾਰਨ ਵਾਲਾ ਹੈ, ਚਰਵਈਆ, ਉਹਨੂੰ ਪੁੱਛਿਆ ਜਾਊਗਾ ਤੂੰ ਕਿੱਥੇ ਆ। ਤੇ ਅੱਜ ਕੌਮ ਦੇ ਜਥੇਦਾਰ ਨੂੰ ਇਤਿਹਾਸ ਪੁੱਛੂਗਾ ਤੂੰ ਕਿੱਥੇ ਆ, ਤੂੰ ਇੱਕ ਫਿਰਨ ਵਾਲੀ ਕੁਰਸੀ ਤੇ ਬੈਠਾ ਹੋਇਆ, ਤੇ ਤੂੰ ਕੌਮ ਦੀ ਸਾਰ ਕੌਣ ਲਊਗਾ। ਤੂੰ ਅੰਦਰ ਬੈਠ ਕੇ ਬਿਆਨ ਦਿੰਦਾ। ਮੈਂ ਤੇ ਅੱਜ ਵੀ ਆਡੀਓ ਪਾਈ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਖਲੋ ਕੇ ਬਿਆਨ ਦੇਣਾ ਚਾਹੀਦਾ ਵੀ ਜੇ ਹੁਣ ਕਿਸੇ ਨੇ ਉੱਥੇ ਸਿੰਘੂ ਬਾਰਡਰ, ਟਿਕਰੀ ਬਾਰਡਰ ਜਾਂ ਗਾਜ਼ੀਆਪੁਰ ਕਿਸੇ ਵੀ ਬਾਰਡਰ ਉੱਤੇ ਸਰਕਾਰ ਨੇ ਕੋਈ ਗੰਦੀ ਹਰਕਤ ਕਰਾਈ, ਕੋਈ ਗੁੰਡਿਆਂ ਕੋਲੋਂ ਹਮਲਾ ਕਰਾਇਆ, ਤੇ ਮੈਂ ਐਲਾਨ ਕਰਦਾ ਸਾਰਾ ਪੰਜਾਬ ਦਿੱਲੀ ਨੂੰ ਕੂਚ ਕਰੂਗਾ। ਇਹ ਅਕਾਲ ਤਖਤ ਦਾ ਅਖਲਾਕੀ ਫਰਜ਼ ਬਣਦਾ ਹੈ, ਉਹਦਾ ਫਰਜ਼ ਬਣਦਾ ਕਿ ਬਿਆਨ ਦੇਵੇ ਅਕਾਲ ਤਖਤ ਸਾਹਿਬ ਉੱਤੇ ਖਲੋ ਕੇ, ਕੁਰਸੀ ਨੂੰ ਛੱਡੇ। ਕੌਮ ਦੇ ਦਰਦੀ ਉੱਥੇ ਜਾ ਕੇ ਬੈਠੇ ਹੋਏ ਨੇ, ਇਹ ਕੁਰਸੀਆਂ 'ਚ ਬੈਠਾ, ਫਿਰਨ ਵਾਲੀਆਂ ਕੁਰਸੀਆਂ 'ਤੇ ਬੈਠ ਕੇ ਬਿਆਨ ਦੇਂਦਿਆਂ ਇਹਨੂੰ ਅਕਾਲ ਤਖਤ ਸਾਹਿਬ ਦੇ ਖਲੋ ਕੇ ਬਿਆਨ ਦੇਣਾ ਚਾਹੀਦਾ ਕਿ ਜੇ ਕਿਸੇ ਨੇ ਕੋਈ ਗੰਦੀ ਹਰਕਤ ਕੀਤੀ, ਉੱਥੇ ਹੁੱਲੜਬਾਜ਼ੀ ਕੀਤੀ, ਸਾਡੀਆਂ ਉੱਥੇ ਇੱਜ਼ਤ ਦਾਅ 'ਤੇ ਲੱਗੀ ਹੋਈ ਆ, ਸਾਡੀਆਂ ਉੱਥੇ ਮਾਤਾਵਾਂ ਬੈਠੀਆਂ ਹੋਈਆਂ ਨੇ, ਸਾਡੀਆਂ ਉੱਥੇ ਧੀਆਂ ਬੈਠੀਆਂ ਹੋਈਆਂ ਨੇ, ਸਾਡੀ ਇੱਜ਼ਤ ਦਾਅ 'ਤੇ ਲੱਗੀ ਹੋਈ ਆ, ਤੇ ਤੂੰ ਫੋਕੇ ਫੋਕੇ ਬਿਆਨ ਦੇਂਦਿਆਂ ਕਮਰਿਆਂ ਦੇ ਅੰਦਰ ਵੜ ਕੇ, ਤੈਨੂੰ ਕੋਈ ਦਰਦ ਨਹੀਂ। ਖੁਰਾਸਾਨ ਖਸਮਾਨਾ ਕੀਆ, ਮਾਫ ਕਰਨਾ, ਸਕਤਾ ਸੀ ਮਾਰੇ ਪੈ ਵੱਗੇ, ਖਸਮੇ ਸਾਪੁਰ ਸੋਈ, ਸਾਪੁਰ ਸਾਈ, ਖਸਮ ਨੂੰ ਪੁੱਛਿਆ ਜਾਣਾ। ਇਤਿਹਾਸ ਨੇ ਤੁਹਾਨੂੰ ਪੁੱਛਣਾ ਇਹ ਬਰਬਾਦੀਆਂ ਹੋਈਆਂ, ਤੁਸੀਂ ਜ਼ਿੰਮੇਵਾਰ ਵਿਅਕਤੀ ਕਿੱਥੇ ਸੀ। ਇਸ ਕਰਕੇ ਭਾਈ ਬੜੀ ਅੱਜ ਇਹ ਪਹਿਲੀ ਮਾਰ ਨਹੀਂ ਹੈ ਸਾਨੂੰ, ਇਹ ਪਿਛਲੇ 500 ਸਾਲ ਤੋਂ ਮਾਰਾਂ ਵੱਜਦੀਆਂ ਆਈਆਂ ਨੇ, ਧੜੇ ਬਣਦੇ ਆਏ ਨੇ, ਗ੍ਰੰਥਾਂ ਦੇ ਉਲਟ ਬੋਲਿਆ ਗਿਆ, ਗ੍ਰੰਥਾਂ ਦੇ ਵਿੱਚ ਦੁਬਦਾ ਖੜੀ ਕੀਤੀ ਗਈ, ਮਰਜ਼ਾਦਾਂ ਦੇ ਵਿੱਚ ਦੁਬਦਾ, ਆ ਨਵਾਂ ਸਿਆਪਾ ਕੈਲੰਡਰ ਦਾ ਖੜਾ ਕਰਕੇ ਰੱਖ ਦਿੱਤਾ। ਦੱਸੋ ਹੁਣ ਕੌਮ ਕੈਲੰਡਰ ਦੀ ਲੜਾਈ ਲੜੂਗੀ ਕਿ ਕੌਮ ਮਰਜ਼ਾਦਾ ਦੀ ਲੜਾਈ ਲੜੇ ਕਿ ਕੌਮ ਰਾਗਮਾਲਾ ਦੀ ਲੜਾਈ ਲੜੇ? ਕਿਹਦੀ ਕੌਮ ਕਿੱਥੇ ਲੜ ਲੂਗੀ? ਇਹ ਕੀ ਕਰੂਗੀ ਕੌਮ? ਹੁਣ 100 ਲੜਾਈਆਂ ਤੇ ਕੌਮ ਦੇ ਆਪਣੇ ਧਰਮ ਦੇ ਨਾਂ ਤੇ ਥੋਪੀਆਂ ਗਈਆਂ ਨੇ, ਤੇ ਹੁਣ ਕੀ ਕੌਮ ਕਿੱਥੇ ਲੜ ਲੂਗੀ? ਇਸ ਕਰਕੇ ਇਹ ਜੋ ਕੁਛ ਦਿੱਲੀ ਵਿੱਚ ਹੋ ਰਿਹਾ ਹੈ ਜਾਂ ਉੱਥੋਂ ਦੀ ਸਰਕਾਰ ਕਰਾ ਰਹੀ ਹੈ, ਇਹਦੇ ਬਾਰੇ ਇੱਕ ਬਾਣੀ 'ਚ ਤੁਕ ਆਉਂਦਾ ਕਿ ਜਿਸ ਨੂੰ ਆਪ ਖਵਾਏ ਕਰਤਾ ਖੁਸ਼ ਲਏ ਚੰਗਿਆਈ। ਜਦੋਂ ਕੋਈ ਬਰਿਆਈ ਦੇ ਰਾਹ ਤੇ ਤੁਰ ਜਾਂਦਾ ਫਿਰ ਉਹਦਾ ਅੰਤ ਹੋ ਜਾਂਦਾ ਹੈ। ਤੇ ਮੈਂ ਤੇ ਉਦੋਂ ਦੀ ਦਵਾਈ ਪਾਉਂਦਿਆਂ, ਹਰੌਲੀ ਪਾਉਂਦਿਆਂ ਹਾਂ, ਲੋਕੋ ਇਹਨਾਂ ਲੋਕਾਂ ਨੇ ਤੁਹਾਨੂੰ ਬਦਨਾਮ ਕਰਨਾ, ਜਿੰਨੇ ਮਰਜ਼ੀ ਲੰਗਰ ਲਾ ਲਓ, ਜੋ ਮਰਜ਼ੀ ਕਰ ਲਓ, ਇਹਨਾਂ ਲੋਕਾਂ ਨੇ ਤੁਹਾਨੂੰ ਬਦਨਾਮ ਕਰਨਾ। ਖਾਲਿਸਤਾਨੀ ਕਹਿਣਾ ਹੈ, ਅੱਤਵਾਦੀ ਉਗਰਵਾਦੀ ਪੰਜਾਬ ਤੋਂ ਆ ਗਿਆ, ਇਹ ਕਹਿਣਾ ਇਹਨਾਂ ਨੇ। ਤੇ ਮੈਂ ਤੇ ਉਦੋਂ ਦਾ ਕਹਿੰਦਾ ਇਹਨਾਂ ਨੂੰ ਮੌਕਾ ਨਾ ਦਿਓ। ਜਿੰਨੇ ਵੀ ਦਿੱਲੀ ਜਾਣਾ ਹੈ ਨਾ ਭਾਈ, ਉਹ ਕੇਸਰੀ ਝੰਡਾ ਲਾ ਕੇ ਨਾ ਜਾਓ, ਉਹ ਸਾਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ। ਕਿਸਾਨੀ ਝੰਡਾ ਲਾਓ, ਕੇਸਰੀ ਝੰਡਾ ਸਾਡੀ ਗੁਰੂ ਦੀ ਬਖਸ਼ਿਸ਼ ਆ, ਤੇ ਸਾਨੂੰ ਦਿੱਲੀ ਦੇ ਲਾਲ ਕਿਲਿਆਂ ਉੱਤੇ ਝੰਡਾ ਚੜਾਉਣ ਦੀ ਲੋੜ ਨਹੀਂ ਹੈ। ਸਾਡਾ ਝੰਡਾ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਉੱਤੇ ਆਨੰਦਗੜ੍ਹ ਦੇ ਕਿਲੇ ਤੇ ਝੁੱਲ ਰਿਹਾ ਹੈ। ਗੁਰੂ ਗੋਬਿੰਦ ਸਿੰਘ ਨੇ ਪੰਥ ਦਾ ਕਿਲਾ ਆਨੰਦਗੜ੍ਹ ਬਣਾਇਆ ਹੈ। ਇੱਕ ਪਾਸੇ ਸਾਡਾ ਦਿੱਲੀ ਨਾਲ ਵਾਹ ਵਾਸਤਾ ਕੋਈ ਨਹੀਂ, ਤੇ ਇੱਕ ਪਾਸੇ ਅਸੀਂ ਮਰਦੇ ਵੀ ਉੱਥੇ ਝੰਡੇ ਚੜਾਉਣੇ ਨੇ। ਸਾਡਾ ਝੰਡਾ ਆਨੰਦਗੜ੍ਹ ਸਾਹਿਬ ਦੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਝੁੱਲ ਰਿਹਾ, ਸਾਨੂੰ ਹੋਰ ਕਿਸੇ ਝੰਡਿਆਂ ਦੀ ਲੋੜ ਨਹੀਂ ਭਾਈ। ਲੱਖ ਤੋਂ ਵੱਧ ਤਾਂ ਨਿਸ਼ਾਨ ਸਾਹਿਬ ਸਾਡੀ ਪੰਜਾਬ ਦੀ ਧਰਤੀ ਤੇ ਝੁੱਲ ਰਹੇ ਨੇ।
ਇਸ ਕਰਕੇ ਲਬਾਂ ਨੇ ਖਤਾ ਕੀ, ਕੌਮਾਂ ਨੇ ਸਜ਼ਾ ਪਾਈ। ਛੋਟੀਆਂ ਛੋਟੀਆਂ ਗਲਤੀਆਂ ਸੈਂਕੜਿਆਂ ਸਾਲਾਂ ਤੱਕ ਕੌਮਾਂ ਫਿਰ ਝੱਲਦੀਆਂ ਨੇ। ਸਾਡਿਆਂ ਵੱਡਿਆਂ ਨੇ ਗਲਤੀਆਂ ਕੀਤੀਆਂ, 100 ਸਾਲ ਅੰਗਰੇਜ਼ਾਂ ਦੇ ਨਾਲ ਲੜ ਕੇ, ਤੇ ਜਦੋਂ ਆਖਿਆ ਲੈ ਲਓ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਹੋ, ਇਹ ਕਹਿੰਦੇ ਅਸੀਂ ਭਰਾਵਾਂ ਦੇ ਘਰ ਵਿੱਚ ਰਹਿਣਾ। ਉਹ ਭਰਾਵਾਂ ਦੇ ਘਰਾਂ ਵਿੱਚ ਨਹੀਂ ਰਿਹਾ ਜਾਂਦਾ ਹੁੰਦਾ, ਭਰਾਵਾਂ ਨੂੰ ਆਪਣਾ ਘਰ ਵੱਖਰਾ, ਭਰਾ ਨੂੰ ਆਪਣਾ ਘਰ ਵੱਖਰਾ ਬਣਾਉਣਾ ਪੈਂਦਾ। ਪਰ ਗਲਤੀਆਂ ਕੀਤੀਆਂ ਅਸੀਂ। ਤੇ ਇਹ ਨਾਰਾ ਕੀ ਮਾਰਦੇ ਨੇ, ਤਿਰੰਗੇ ਦਾ ਅਪਮਾਨ ਹੋ ਗਿਆ। ਕਿਸੇ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ। ਉਹ ਨੌਜਵਾਨ ਨੇ ਆਪਣਾ ਕੇਸਰੀ ਝੰਡਾ ਉੱਥੇ ਲਾ ਦਿੱਤਾ ਤੇ ਕੋਈ ਗੁਨਾਹ ਨਹੀਂ ਹੋ ਗਿਆ, ਕੋਈ ਪਾਪ ਨਹੀਂ ਹੋ ਗਿਆ, ਕੋਈ ਉਹਦੇ ਕੋਲ ਕਤਲ ਨਹੀਂ ਹੋ ਗਿਆ। ਕਿਉਂ ਉਹਦੇ ਮਗਰ ਲੋਕੀ ਪੈ ਗਏ? ਤਿਰੰਗੇ ਦਾ ਅਪਮਾਨ ਹੋ ਗਿਆ। ਨਹੀਂ ਨਹੀਂ, ਇਹ ਅੱਗੇ ਹੀ ਲੋਕ ਮੌਕਾ ਲੱਭਣ ਦੇ ਸਨ, ਇਹ ਤੇ ਮੌਕਾ ਚਾਹੁੰਦੇ ਸਨ। ਇਹਨਾਂ ਨੇ ਮੌਕਾ ਖੁਦ ਕ੍ਰੀਏਟ ਕੀਤਾ ਹੈ, ਪੈਦਾ ਕੀਤਾ ਹੈ, ਲੋਕਾਂ ਨੂੰ ਭੜਕਾਇਆ, ਤੇ ਤਾਂ ਇਹ ਭਾਣਾ ਵਾਪਰ ਗਿਆ। ਇੱਕ ਹੋਰ ਗੱਲ, ਇਹ ਨਾਰਾ ਪੜ੍ਹਦੇ ਨੇ, सारे जहां से अच्छा हिंदुस्तान हमारा, हम बुलबुल हैं इसकी, ये गुलस्तान हमारा। ये गुलस्तान ने दिन दिहाड़े तुसी लोकां नूं फड़ फड़ के ते डांगा मारो ते गोलियां मारो, इनू गुलस्तान कहा जा सकता है? शर्म सी आती है इसको वतन कहते हुए, किसी ने लिखिया सी। सारे जहां से अच्छा हिंदुस्तान हमारा, हम बुलबुल हैं इसकी, ਅਸੀਂ ਬੁਲਬੁਲਾਂ ਵਾਂ, ਇਹ ਗੁਲਸਤਾਨ ਹਮਾਰਾ। ਤੇ ਜੇ ਅਸੀਂ ਇਸ ਨੂੰ ਗੁਲਸਤਾਨ ਸਮਝਦੇ ਹਾਂ ਤੇ ਸਾਡੇ ਨਾਲ ਇੰਨੀਆਂ ਬੇਇਨਸਾਫੀਆਂ ਕਿਉਂ, ਇਹਨੇ ਧੱਕੇ ਜੋਰੀਆਂ ਕਿਉਂ ਹੋ ਰਹੀਆਂ ਨੇ ਭਾਈ? ਨਹੀਂ ਨਹੀਂ, ਅੱਜ ਸਾਨੂੰ ਸਾਰੇ ਧੜੇ ਜਥੇਬੰਦੀਆਂ ਖਤਮ ਕਰਕੇ ਅੱਜ ਇੱਕੋ ਧੜਾ ਦੇ ਥੱਲੇ ਆਉਣਾ ਚਾਹੀਦਾ ਭਾਈ। ਅੱਜ ਸਾਡੀ ਧਰਮ ਇੱਜ਼ਤ ਅੱਜ ਸਾਡੀ ਦਾਅ 'ਤੇ ਲੱਗੀ ਹੋਈ ਆ। ਕਿਸਾਨੀ ਮੋਰਚਾ ਕੋਈ ਹੋਰ ਰੰਗ ਫੜ ਕੇ ਤੁਰ ਗਿਆ। ਮੈਂ ਉਦੋਂ ਦੀ ਦਵਾਈ ਦਿਆਂ ਵੀ ਉੱਥੇ ਕੇਸਰੀ ਨਿਸ਼ਾਨ ਨਾ ਲੈ ਕੇ ਜਾਓ। ਉਹਨਾਂ ਲੋਕਾਂ ਨੇ ਮੌਕਾ ਮਿਲਦਾ ਉਹਨਾਂ ਨੂੰ ਬਦਨਾਮ, ਸਾਨੂੰ ਬਦਨਾਮ ਕਰਨ ਦਾ, ਪਰ ਨੌਜਵਾਨਾਂ ਦਾ ਜੋਸ਼ ਹੁੰਦਾ ਹੈ। ਹੁਣ ਤਾਂ ਮੈਂ ਅੱਗੇ ਵੀ ਕਹਿ ਰਿਹਾ ਸੀ, ਹੁਣ ਜਿੰਨਾ ਪੰਜਾਬ ਦੇ ਵਿੱਚ ਬਜ਼ੁਰਗ ਬੈਠੇ, ਸਾਡੇ 60 ਸਾਲ ਤੋਂ ਵੱਧ ਉਮਰ ਵਾਲੇ ਜਿੰਨੇ ਬਜ਼ੁਰਗ ਨੇ, ਉਹਨਾਂ ਨੂੰ ਉੱਥੇ ਜਾਣਾ ਚਾਹੀਦਾ। ਹੁਣ ਨੌਜਵਾਨ ਪਿੱਛੇ ਲੱਗਣ, ਬਜ਼ੁਰਗ ਅੱਗੇ ਲੱਗਣ। 6ਵੇਂ ਪਾਤਸ਼ਾਹ ਨੂੰ ਕੈਦ ਕਰਕੇ ਗਵਾਲੀਅਰ ਵਿੱਚ ਬੰਦ ਕਰਤਾ, ਤੇ ਬਾਬਾ ਬੁੱਢਾ ਜੀ ਪਿੰਡ ਪਿੰਡ ਗਏ, ਘਰ ਘਰ ਗਏ, ਆਖਿਆ ਗਵਾਲੀਅਰ ਪਹੁੰਚੋ, ਤੇ ਖੁਦ ਬਾਬਾ ਬੁੱਢਾ ਜੀ ਏਡਾ ਲੰਮਾ ਸਫ਼ਰ ਕਰਕੇ, ਅੱਜ ਤਾਂ ਬੁੱਢਿਆਂ ਨੂੰ ਜਾਣਾ ਪੈਣਾ ਵਾ ਟਰਾਲੀਆਂ ਤੇ ਬਾਬਾ ਬੁੱਢਾ ਜੀ ਰਮਦਾਸ ਦੀ ਧਰਤੀ ਤੋਂ, ਅੰਮ੍ਰਿਤਸਰ ਦੀ ਧਰਤੀ ਤੋਂ ਪੈਦਲ ਚੱਲ ਕੇ ਦਿੱਲੀ ਤੋਂ ਗਵਾਲੀਅਰ ਗਏ, ਤੇ ਲੋਕਾਂ ਨੂੰ ਦੱਸਿਆ। ਇਹ ਜਦੋਂ ਤੁਸੀਂ ਕਿਸੇ ਦੇ ਪਿੱਛੇ ਖਲੋ ਜਾਂਦੇ ਹੋ, ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਇਹਨਾਂ ਦੇ ਪਿੱਛੇ ਲੋਕ ਹੈਗੇ ਨੇ। ਤੇ ਅੱਜ ਜਿੰਨੇ ਬਜ਼ੁਰਗ ਨੇ, ਇਹਨਾਂ ਨੂੰ ਹੁਣ ਘਰਾਂ 'ਚੋਂ ਨਿਕਲ ਜਾਣਾ ਚਾਹੀਦਾ ਬਾਹਰ, ਉੱਥੇ ਜਾਣ ਸ਼ਾਂਤਮਈ ਤਰੀਕੇ ਦੇ ਨਾਲ। ਕੋਈ ਕੇਸਰੀ ਝੰਡੇ ਦੀ ਸਾਨੂੰ ਲੋੜ ਨਹੀਂ ਉੱਥੇ ਖੜਨ ਦੀ। ਕਿਸਾਨੀ ਜਿਹੜਾ ਕਿਸਾਨ ਦਾ ਝੰਡਾ ਉਹ ਲੈ ਕੇ ਜਾਓ ਭਾਈ, ਤੇ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਆਪਣੀ ਗੱਲ ਕਹੋ। ਤੇ ਕੋਈ ਗੱਲ ਨਹੀਂ, ਇਹ ਸਾਨੂੰ ਲੋਕ ਖਰਾਬ ਕਰਨ ਦੇ ਲੱਗੇ ਹੋਏ ਨੇ। ਇਹ ਵੇਖਣਾ ਚਾਹੁੰਦੇ ਨੇ ਵੀ ਅਸੀਂ ਕਿੱਥੋਂ ਤੱਕ ਖੱਜਲ ਖਵਾਰ ਹੁੰਦੇ ਹਾਂ। ਇਹ ਸਾਡੀ ਖੁਆਰੀ ਨੂੰ ਵੇਖਣਾ ਚਾਹੁੰਦੇ ਨੇ, ਹੋਰ ਕੋਈ ਗੱਲ ਨਹੀਂ ਐਡੀ ਹੈਗੀ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਜਿਹੜੇ ਭਾਈ ਬੜੀ ਕੌਮ ਨਿਰਾਸ਼ਾ 'ਚ ਚਲ ਗਈ। ਜਿਹੜਾ ਦਿੱਲੀ ਕਾਂਡ ਹੋ ਗਿਆ ਨਾ, ਤੇ ਕੌਮ ਸਾਡੀ ਨਿਰਾਸ਼ਾ 'ਚ ਤੁਰ ਗਈ। ਕੋਈ ਕਹਿੰਦਾ ਮੈਨੂੰ 2 ਦਿਨ ਹੋ ਗਈ ਰੋਟੀ ਨਹੀਂ ਖਾਧੀ। ਇਹ ਕੀ ਹੋ ਗਿਆ ਸਾਡੇ? ਨਾ ਭਾਈ, ਜਦੋਂ ਸੰਘਰਸ਼ ਹੁੰਦੇ ਨੇ ਉਦੋਂ ਫੁੱਲਾਂ ਦੇ ਹਾਰ ਨਹੀਂ ਪੈਂਦੇ, ਡੰਡੇ ਪੈਂਦੇ ਨੇ। ਤੇ ਸੰਘਰਸ਼ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੁੰਦੀ। ਜੇ ਉਹ ਨੌਜਵਾਨ ਨਾ ਉੱਥੇ ਜਾਂਦੇ, ਨਾ ਝੰਡਾ ਚੜਾਉਂਦੇ, ਇਹਨਾਂ ਹੋਰ 2 ਮਹੀਨੇ ਉੱਥੋਂ ਲੰਗਰ ਖਾ ਕੇ ਤੁਰਾਉਣਾ ਸੀ। ਇਹ ਤੇ ਉਸ ਨੌਜਵਾਨਾਂ ਨੇ ਰੂਹ ਫੂਕ ਦਿੱਤੀ। ਉਹ ਜਿਹੜਾ ਇੱਕ ਯੂਪੀ ਦਾ ਜਵਾਨ ਸ਼ਹੀਦ ਹੋ ਗਿਆ, ਤੇ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਤੇ, ਮੈਂ ਅੱਗੇ ਵੀ ਕਹਿਣਾ, ਇਹ ਲਾਲ ਕਿਲਾ ਇਹਨਾਂ ਦਾ ਨਹੀਂਗਾ, ਇਹ ਮੁਗਲਾਂ ਨੇ ਲਾਲ ਕਿਲਾ ਬਣਾਇਆ, ਸ਼ਾਹਜਹਾਨ ਨੇ। ਤੇ ਉਹਨਾਂ ਨੇ 700 ਸਾਲ ਰਾਜ ਕੀਤਾ ਮੁਗਲਾਂ ਨੇ ਉਸ ਕਿਲੇ ਦੇ ਅੰਦਰ। ਤੇ ਸਿੱਖਾਂ ਨੇ ਤੇ ਇੱਕ ਦਿਨ ਵੀ ਰਾਜ ਨਹੀਂ ਉੱਥੇ ਕੀਤਾ। ਤੇ ਬੜਕਾਂ ਸੀ ਬੜੀਆਂ ਮਾਰਦੇ, ਜਿਨ੍ਹਾਂ ਦਾ ਕਿਲਾ, ਜਿਨ੍ਹਾਂ ਨੇ 700 ਸਾਲ ਰਾਜ ਕੀਤਾ, ਕਦੀ ਕਵੀਸ਼ਰੀ ਗਾਈ ਉਹਨਾਂ ਨੇ ਉਸ ਕਿਲੇ ਦੀ? ਅਸੀਂ ਕਿਹੜੇ ਰਾਹ ਤੁਰੇ ਹੋਏ ਆ? ਨਹੀਂ,
ਉਹ ਅੱਗੇ ਮੈਂ ਕਹਿ ਰਿਹਾ ਸੀ ਦੁਪਹਿਰੇ, ਜਿੱਦਣ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਤੇ ਹਾਹਾਕਾਰ ਮਚ ਗਈ, ਹਰ ਬੰਦਾ ਭਾਵੁਕ ਹੋ ਗਿਆ, ਹਰ ਬੰਦਾ ਡੰਡਾ ਫੜਨਾ ਚਾਹੁੰਦਾ ਸੀ। ਤੇ ਜਿੱਦਣ ਬੰਦਾ ਸਿੰਘ ਬਹਾਦਰ ਗੁਰੂ ਕੋਲੋਂ ਥਾਪੜਾ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਉਹਨੂੰ ਤੋਰਨ ਲੱਗੇ ਨਾ ਬੰਦਾ ਸਿੰਘ ਬਹਾਦਰ ਨੂੰ, ਤੇ ਥਾਪੜਾ ਦਿੱਤਾ ਸੀ। ਤੇ ਮਾਰ ਨੇ ਆਖਿਆ ਹੀ, ਕਈ ਸਿੱਖੀ ਦੀ ਆਸ਼ਕਾਂ ਕਟਾਏ ਬੰਦ ਔਰ ਉਪੜੋਂ ਪਾਰ ਇੱਕ ਸ਼ਹਿਰ ਵਸਦਾ ਹੀ ਸਰਹੰਦ, ਉੱਥੇ ਮੇਰੇ ਚਿਣ ਦਿੱਤੇ ਨੀਹਾਂ ਵਿੱਚ ਫਰਜ਼ੰਦ, ਉੱਥੇ ਗੰਗਾ ਵਿੱਚ ਡੁੱਬਿਆ ਤੇ ਪਾਪ ਕਮਾਇਆ ਸੁੱਚੇ ਨੰਦ। ਲੈ ਬਦਲਾ ਤੂੰ ਬੰਦਿਆ, ਤੂੰ ਪੈ ਪੰਜਾਬ ਦੇ ਪੰਧ, ਬੰਦਾ ਪਹੁੰਚਾ ਪੰਜਾਬ ਨੂੰ ਲੰਮਾ ਕਰਕੇ ਪੰਧ, ਉਹਨੇ ਆ ਸੂਬੇ ਨੂੰ ਮਾਰਿਆ, ਨਾਲ ਮਾਰ ਦਿੱਤਾ ਸੁੱਚਾ ਨੰਦ। ਉੱਥੇ ਰਣਵੇਂ ਤੇ ਗਾਂ ਚੱਲੀਆਂ। ਇਹ ਜਦੋਂ ਸੰਘਰਸ਼ ਹੁੰਦੇ ਨੇ, ਫੁੱਲਾਂ ਦੇ ਹਾਰ ਲੰਗਰ ਨਹੀਂ ਮਿਲਦੇ, ਉਦੋਂ ਤੇਗਾਂ ਚੱਲਦੀਆਂ ਨੇ। ਉੱਥੇ ਰਣਵੇਂ ਤੇ ਗਾਂ ਚੱਲੀਆਂ ਤੇ ਕਈ ਮਾਵਾਂ ਦੇ ਮਰ ਗਏ ਫਰਜ਼ੰਦ। ਬੰਦਾ ਕਹਿੰਦਾ ਉੱਥੇ ਧੜਾ ਨੂੰ ਵੱਖ ਹੋ ਕੇ ਸਿਰ ਡਿੱਗਦੇ, ਜਿਉਂ ਡਿੱਗਦੇ ਪੱਕੇ ਅੰਬ। ਉਹ ਬੰਦਾ ਸਿੰਘ ਕਹਿੰਦਾ ਇਹਦੀ ਖੜਕਾ ਦਿਓ ਇੱਟ ਨਾਲ, ਇਹ ਸਰਹੰਦ ਦੀ ਇੱਟ ਨਾਲ ਇੱਟ, ਕੋਈ ਕਿਸਾਵਤ ਰਵੇ ਨਾ ਇਹਦੀ ਕੰਧ। ਤੇ ਓੜਕ ਉੱਥੇ ਕੂੜ ਦਾ ਰਾਜ ਨਾਸ ਹੋਇਆ ਤੇ ਖਾਲਸਾਈ ਦੇ ਝੰਡੇ ਝੁੱਲੇ ਸੀ। ਇਸ ਕਰਕੇ ਬੜਾ ਸੰਘਰਸ਼ ਕਰਨਾ ਪੈਂਦਾ। ਇਹ ਜਿਹੜੇ ਮੋਰਾਂ ਵਾਲੀ ਤੇ ਉਹ ਤਿੰਨੇ ਪਿਓ ਪੁੱਤ ਆਪਣੇ ਮਹਿਲ ਸਿੰਘ ਚੰਡੀਗੜ੍ਹ ਵਾਲੇ ਜਿਹੜੇ ਕਹਿੰਦੇ ਨੇ ਦਿੱਲੀ ਮਾਰ ਲਈ, ਬਿੱਲੀ ਮਾਰ ਲਈ, ਲੱਖਾਂ ਬੰਦਾ ਸ਼ਹੀਦ ਹੋਇਆ ਤਾਂ ਦਿੱਲੀ ਮਾਰੀ ਗਈ ਸੀ। 35 ਹਜ਼ਾਰ ਇੱਕ ਦਿਨ ਬੰਦਾ ਸ਼ਹੀਦ ਹੋਇਆ ਕੁੱਪ ਦੇ ਮੈਦਾਨ ਵਿੱਚ, ਤਾਂ ਦਿੱਲੀ ਮਾਰੀ ਗਈ ਕਿ ਇਹ 31,000 ਲੈ ਕੇ ਤੇ 51,000 ਲੈ ਕੇ ਮੋਰਾਂ ਵਾਲੀ ਤੇ ਪਾ ਕੇ ਖੀਸੇ 'ਚ ਤੁਰ ਜਾਂਦੇ ਨੇ। ਤੇ ਹੁਣ ਨਾ ਕੋਈ ਉਹ ਧਿਆਨ ਸਿੰਘ ਮੰਡ ਦਿਖਣ ਦਿਆ, ਤੇ ਨਾ ਦਾਦੂਵਾਲ, ਤੇ ਨਾ ਕੋਈ ਮੋਰਾਂ ਵਾਲੀ, ਤੇ ਨਾ ਕੋਈ ਚੋਰਾਂ ਵਾਲੀ, ਸਭ ਛੁਪ ਗਏ, ਸਭ ਮਾਇਆ ਧਾਰੀ ਲੁਕ ਗਏ। ਤੇ ਗੁਰੂ ਕੀਆਂ ਫੌਜਾਂ ਡਟੀਆਂ ਹੋਈਆਂ ਨੇ ਉੱਥੇ। ਤੇ ਮਹਾਰਾਜ ਕਿਰਪਾ ਕਰਨ ਭਾਈ, ਬੜੇ ਸੰਜਮ ਤੋਂ ਕੰਮ ਲੈਣਾ, ਅਸੀਂ ਭੁੜਕਣਾ ਨਹੀਂ ਗਾ, ਅਸੀਂ ਭਾਵੁਕ ਨਹੀਂ ਹੋਣਾ, ਬੜੇ ਸੰਜਮ ਦੇ ਨਾਲ ਉੱਥੇ ਜਾਣਾ ਤੇ ਇਸ ਮੋਰਚੇ ਨੂੰ ਅਸੀਂ ਸਫਲ ਬਣਾਉਣਾ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਇਹ ਮੈਂ ਕੱਲ ਦੀ ਸੋਚ ਰਿਹਾ ਸੀ ਵੀ ਚਲੋ ਕੋਈ ਵਿਚਾਰ ਸਾਂਝੀ ਕਰੀਏ। ਇਹ ਸੀ ਤਰੀਕਾ ਭਾਈ ਕੌਮ ਨੂੰ ਖਤਮ ਕਰਨ ਦਾ। ਧੜੇਬੰਦੀ ਤੇ ਵੰਡ ਦਿਓ, ਥੜੇ ਬਣਾ ਦਿਓ, ਗ੍ਰੰਥ ਦੇ ਥਾਂ ਤੇ ਗ੍ਰੰਥ ਰੱਖ ਦਿਓ, ਗ੍ਰੰਥ ਉੱਤੇ ਸ਼ੰਕੇ ਪੈਦਾ ਕਰ ਦਿਓ, ਮਰਜ਼ਾਦਾ 2 ਤਰ੍ਹਾਂ ਦੀ ਬਣਾ ਦਿਓ, 2 ਤਰ੍ਹਾਂ ਦੇ ਕੈਲੰਡਰ ਬਣਾ ਦਿਓ। ਦੱਸੋ ਹੁਣ ਗੁਰਪੁਰਬ ਨੂੰ ਲੈ ਕੇ ਅਸੀਂ ਲੜੀ ਜਾਂਦੇ। ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਅਸੀਂ 5 ਜਨਵਰੀ ਨੂੰ ਮਨਾਉਣਾ, ਕੋਈ ਕਹਿੰਦਾ ਅਸੀਂ 20 ਜਨਵਰੀ ਨੂੰ ਮਨਾਉਣਾ। ਗੁਰਪੁਰਬ ਦੇ ਤਰੀਕਾਂ ਤੇ ਅਸੀਂ ਲੜੀ ਜਾਂਦੇ। ਇਹ ਨਿਆਣਿਆਂ ਵਾਲੀਆਂ ਲੜਾਈਆਂ, ਇਹ ਜਦੋਂ ਇਹਨਾਂ ਨੇ ਕੈਲੰਡਰ ਨੂੰ ਖਾਰਜ ਕੀਤਾ, ਜਿਹੜਾ 2003 ਵਿੱਚ ਕੈਲੰਡਰ ਸੀ, ਉਹਨੂੰ ਜਦੋਂ ਨਾਨਕਸ਼ਾਹੀ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੰਡਮ ਕੀਤਾ ਨਾ, ਤੇ ਦਿੱਲੀ ਤੋਂ ਸਰਨਾ ਗਰੁੱਪ ਆਇਆ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਲੱਖਾਂ ਰੁਪਈਆਂ ਦੇ ਕੈਲੰਡਰ ਛਾਪ ਕੇ, ਸਰਨਾ ਗਰੁੱਪ ਦਿੱਲੀ ਦਾ ਪ੍ਰਧਾਨ ਰਿਹਾ 2013 ਤੋਂ ਪਹਿਲਾਂ ਜਿਹੜਾ ਸੀ। ਉਹ ਕੌਮ ਦਾ ਗਦਾਰ ਹੈ, ਤੇ ਉਸ ਕੌਮ ਦੇ ਗਦਾਰ ਦੇ ਨਾਲ ਇੱਕ ਚੋਰ ਜਾ ਕੇ ਰਲ ਗਿਆ, ਜੀਕੇ ਮਨਜੀਤ ਸਿੰਘ ਜੀਕੇ ਚੋਰ, ਇੱਕ ਗਦਾਰ ਤੇ ਦੂਜਾ ਚੋਰ, 2 ਰਲ ਗਏ। ਉਸ ਸਰਨੇ ਗਰੁੱਪ ਨੇ ਲੱਖਾਂ ਰੁਪਈਆ ਗੋਲਕ ਵਿੱਚੋਂ ਲੈ ਕੇ ਤੇ ਕੈਲੰਡਰ ਛਾਪੇ, ਤੇ ਪੰਜਾਬ ਦੇ ਪਿੰਡਾਂ ਛੱਪੜਾਂ 'ਚ ਸੁੱਟ ਕੇ ਗਏ, ਆਪਣੇ ਅੱਡਿਆਂ ਤੇ ਸੁੱਟ ਕੇ ਗਏ, ਰੁਲਦੇ ਫਿਰਦੇ ਮੈਂ ਵੇਖੇ ਕੈਲੰਡਰ। ਉਹ ਸਿਰਫ ਇਹੋ ਵੀ ਅਸੀਂ ਉਹੀ ਕੈਲੰਡਰ ਮੰਨਦੇ ਹਾਂ ਜਿਹੜਾ ਹੁਣ ਸ਼੍ਰੋਮਣੀ ਕਮੇਟੀ ਨੇ ਬਣਾ, ਇਹ ਨਹੀਂ ਮੰਨਦੇ। ਤੇ ਗੁਰੂ ਕੀ ਗੋਲਕ ਦਾ ਪੈਸਾ ਇਹ ਲੋਕਾਂ ਨੇ ਬਰਬਾਦ ਕੀਤਾ। ਤੇ ਅਜੇ ਵੀ ਅਸੀਂ ਸੰਜਮ ਤੋਂ ਕੰਮ ਲਈਏ, ਗੋਲਕਾਂ 'ਚ ਪੈਸਾ ਪਾਉਣਾ ਬੰਦ ਕਰ ਦਈਏ, ਇਹ ਤਾਂ ਹੀ ਸਾਡੀ ਬਰਬਾਦੀ ਹੋ ਰਹੀ ਹੈ। ਇਹ ਵੀ ਬਰਬਾਦ ਕਰ ਰਹੇ ਨੇ ਪੈਸਾ। ਤੇ ਮਹਾਰਾਜ ਕਿਰਪਾ ਕਰ ਸੱਚੇ ਪਾਤਸ਼ਾਹ, ਲਬਾ ਨੇ ਖਤਾ ਕੀ, ਕੌਮਾਂ ਨੇ ਸਜਾ ਪਾਈ। ਤੇ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਅਸੀਂ ਸ਼ਾਂਤੀ ਬਣਾ ਕੇ ਰੱਖੀਏ ਤਾਂ ਕਿ ਅਸੀਂ ਆਪਣੇ ਮਿਸ਼ਨ ਤੇ ਪਹੁੰਚ ਸਕੀਏ। ਨੌਜਵਾਨ ਛੇਤੀ ਭੜਕ ਜਾਂਦਾ ਹੈ, ਥੋੜ੍ਹੀ ਇਹਨੂੰ ਛੇਤੀ ਅੰਦਰ ਅੱਗ ਜੀ ਲੱਗ ਜਾਂਦੀ ਜਦੋਂ ਕੋਈ ਦੂਸਰਾ ਲੋਕ ਸਾਨੂੰ ਗੱਲਾਂ ਕਰਦੇ ਨੇ ਭਾਈ।
ਨਹੀਂ ਨਹੀਂ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ। ਤੋ ਸਾਡੀ ਬਰਬਾਦੀ ਦਾ ਕਾਰਨ ਸਾਡੇ ਧੜੇ ਨੇ। ਅਸੀਂ ਧੜਿਆਂ ਤੋਂ ਛੱਡੀਏ, ਧੜਿਆਂ ਤੋਂ ਮੁਕਤ ਹੋਈਏ। ਕੋਈ ਵਿਅਕਤੀ ਹੱਲ ਨਹੀਂ ਲੱਭਦਾ, ਇੱਕ ਧੜਾ ਹੀ ਖੜਾ ਕਰਕੇ ਬਹਿ ਜਾਂਦਾ। ਇਹ ਜੀ ਸਦਭਾਵਨਾ ਦਲ, ਨਹੀਂ ਤੇ ਪਹਿਲੋਂ ਦਲ ਇਹਨੂੰ ਪੁੱਛੋ ਥੋੜੇ ਸੀ ਤੇਰੇ, ਤੂੰ ਸਦਭਾਵਨਾ ਦਲ ਬਣਾ ਕੇ ਬਹਿ ਗਿਆ। ਇਹ ਤਿੰਨਾਂ ਕੁ ਬੰਦਿਆਂ ਦੇ ਦਲ ਕੀ ਪ੍ਰਾਪਤ ਕਰਨਗੇ ਭਾਈ? ਨਾ 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 ਨਾ, ਹਮ ਹਰ ਸਿਉ ਧੜਾ ਕੀਆ। ਸਾਡਾ ਧੜਾ ਗੁਰੂ ਗ੍ਰੰਥ ਸਾਹਿਬ ਦਾ ਧੜਾ। ਜੇ ਅੱਜ ਅਸੀਂ ਧੜਿਆਂ ਬੰਦੀਆਂ ਤੋਂ ਮੁਕਤ ਹੋ ਜਾਈਏ ਤੇ ਅੱਜ ਸਾਡਾ ਰਾਜ ਵਾ, ਤੇ ਅਸੀਂ ਧੜਿਆਂ ਤੋਂ ਮੁਕਤ ਨਹੀਂ ਹੋਣਾ ਤੇ ਰਾਜ ਸਾਨੂੰ ਨਹੀਂ ਮਿਲਣਾ। ਇਹ ਭੁੱਲ ਜਾਓ ਤੁਸੀਂ ਵੀ ਤੁਹਾਡਾ ਵੀ ਕੁਝ ਰਾਜ ਹੋਊਗਾ ਧਰਤੀ ਤੇ, ਉਦੋਂ ਹੀ ਹੋਊਗਾ। ਮਰਦਾਨਿਆਂ, ਬਾਬੇ ਨਾਨਕ ਨੇ ਆਖਿਆ ਹੈ, ਮਰਦਾਨਾ ਜੀ ਜਦੋਂ ਇਹ ਧੜਿਆਂ 'ਚ ਵੰਡੇ ਜਾਣਗੇ ਇਹਨਾਂ ਨੂੰ ਮਾਰ ਪੈਣੀ ਆ। ਜਿੰਨਾ ਚਿਰ ਧੜੇ ਨਹੀਂ ਬਣਾਉਣਗੇ ਇਹ ਰਾਜ ਕਰਨਗੇ। ਤੋ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲेंगे, ਬੱਚੇ ਸ਼ਰਨ ਜੋ ਹੋਏ। ਤੋ ਇੰਨਾ ਹੀ ਕਹਿੰਦਾ ਦਾਸ ਖਿਮਨ ਦਾ ਜਾਚਕਾ, ਭਾਈ ਕੋਈ ਗੱਲ ਨਹੀਂ, ਨਿਰਾਸ਼ਾ ਥੋੜ੍ਹੀ ਜਿਹੀ ਆਈ ਸੀ, ਹੁਣ ਫਿਰ ਚੜ੍ਹਦੀ ਕਲਾ ਦੇ ਨਾਲ ਮੋਰਚੇ ਉੱਥੇ ਲੱਗ ਗਏ ਨੇ ਤੇ ਵੱਧ ਤੋਂ ਵੱਧ ਹਾਜ਼ਰੀ ਭਰੋ। ਤੇ ਨੌਜਵਾਨ ਘੱਟ ਜਾਣ ਤੇ ਬਜ਼ੁਰਗ ਜਿਹੜੇ ਘਰਾਂ 'ਚ ਬੈਠੇ ਨੇ 60 ਸਾਲ ਤੋਂ ਉੱਪਰ ਹੋ ਗਏ ਨੇ। ਬਾਬਾ ਦੀਪ ਸਿੰਘ ਬਜ਼ੁਰਗ ਸਨ, ਬਾਬਾ ਬੁੱਢਾ ਜੀ ਬਜ਼ੁਰਗ ਸਨ, ਗਵਾਲੀਅਰ ਗਏ ਸਨ ਝੰਡਾ ਫੜ ਕੇ। ਇਹਨਾਂ ਬਜ਼ੁਰਗਾਂ ਨੂੰ ਕੱਢੋ ਬਾਹਰ। ਇਹ ਤਾਂ ਸਾਰੀ ਦਿਹਾੜੀ ਪੋਤਿਆਂ ਨੂੰ ਚਿੰਬੜੇ ਰਹਿੰਦੇ ਨੇ, ਪਤਾ ਇਹਨਾਂ ਦਾ ਪੋਤਿਆਂ 'ਚੋਂ ਕੀ ਕੱਢਣਾ। ਕਦੀ ਮੋਢੇ 'ਤੇ ਚੁੱਕ ਲੈਂਦੇ ਨੇ, ਕਦੀ ਇਹਨਾਂ ਨੂੰ ਚੁੰਮੀ ਜਾਂਦੇ ਨੇ, ਪਤਾ ਨਹੀਂ ਇਹਨਾਂ ਪੋਤਿਆਂ 'ਚੋਂ ਕੀ ਕੱਢਣਾ ਇਹਨਾਂ ਨੇ। ਛੱਡੋ ਇਹਨਾਂ ਦਾ ਮੋਹ, ਕੌਮ ਦੇ ਲੇਖੇ ਜ਼ਿੰਦਗੀ ਲਾਓ ਤੇ ਹਾਜ਼ਰੀ ਭਰੋ। 60 ਸਾਲ ਥੋੜ੍ਹੀ ਉਮਰ ਹੁੰਦੀ ਹੈ, ਭੋਗ ਲਈ ਆ ਗਏ ਹੁਣ ਤਾਂ ਇੱਥੇ ਬੈਠੇ ਰਹਿਣਾ ਗਾਂ। 60 ਸਾਲ ਤੋਂ ਜਿੰਨੇ ਉੱਪਰ ਬਜ਼ੁਰਗ ਨੇ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ, ਆਪਣਾ ਫਰਜ਼ ਨਿਭਾਓ। ਇਹ ਕਿਸਾਨ ਮੋਰਚੇ ਦੀ ਥਾਂ 'ਤੇ ਅੱਜ ਸਾਡੀ ਅਣਖ ਦਾ ਮੋਰਚਾ ਲੱਗ ਗਿਆ, ਸਾਨੂੰ ਲੋਕੀ ਆਣ ਪਏ ਨੇ ਉੱਥੇ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਤਾਂ ਇਹ ਜਦੋਂ ਇਹ ਮੋਰਚਾ ਤਾਂ ਇੱਦਾਂ ਠੰਡਾ ਹੀ ਰਹਿਣਾ ਸੀ, ਪਰ ਉਸ ਦਿਨ 26 ਜਨਵਰੀ ਦੀ ਪਰੇਡ ਨੇ ਜੋ ਹੱਲਾ ਗੁੱਲਾ ਬੋਲਿਆ ਗਿਆ, ਉਹਨੇ ਬਵਾਲ ਮਚਾ ਦਿੱਤਾ। ਇਹਦਾ ਹੁਣ ਹੱਲ ਨਿਕਲੂਗਾ, ਉੱਦਾਂ ਨਹੀਂ ਤੇ ਉੱਥੇ ਪਿੰਨੀਆਂ ਬਣਦੀਆਂ ਸੀ, ਲੰਗਰ ਬਣਦੇ ਸੀ, ਛਕਣ ਦੇ ਹਾਂ, ਮੌਜਾਂ ਕਰਨ ਦੇ ਹਾਂ। ਹੁਣ ਪੈ ਗਿਆ ਪੱਗਾ। ਉਹ ਜਿਹੜੇ ਪਿੰਨੀਆਂ ਪੁੰਨੀਆਂ ਖਾਣ ਵਾਲੇ ਸਭ ਭੱਜ ਆਏ ਨੇ ਤੇ ਹੁਣ ਸੂਰਮੇ ਹੀ ਰਹਿਣਗੇ ਨੇ ਉੱਥੇ। ਉਹ ਕਈ ਇੱਥੇ ਪਿੰਡਾਂ 'ਚੋਂ ਕੰਬਲ ਵੀ ਲੈ ਕੇ ਆਏ ਨੇ ਉੱਥੋਂ, ਕੋਈ ਚੱਪਲਾਂ ਲੈ ਆ, ਕੋਈ ਨਵੀਆਂ, ਕੋਈ ਕੰਬਲ ਲੈ ਆ, ਕੋਈ ਪਿੰਨੀਆਂ ਖਾਇਆ, ਮਹੀਨਾ ਬਹਿ ਕੇ ਉੱਥੇ। ਤੇ ਲੋੜ ਹੁਣ ਵਾ ਭਾਈ, ਹੁਣ ਜਾਓ ਉੱਥੇ, ਵੱਧ ਤੋਂ ਵੱਧ ਹਾਜ਼ਰੀ ਭਰੋ। ਤੇ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।